ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਜੀ। ਅੱਜ ਦਿਨ ਹੈ ਜੀ ਸ਼ੁੱਕਰਵਾਰ, ਤਰੀਕ ਹੈ 22 ਮਈ, ਸ਼ਾਮ ਦੇ 5:31 ਹੋਏ ਨੇ। ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਹੋ। ਰੇਡੀਓ ਪੰਜਾਬ ਟੂਡੇ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਦੀ ਧਰਤੀ ਤੋਂ, ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਵਾਜ਼ੀ ਤਰੰਗਾਂ ਦੇ ਰਾਹੀਂ ਤੋਂ ਦੂਰ ਦੁਰਾਡੇ ਬੈਠੇ ਸਾਡੇ ਪੰਜਾਬੀ ਭਰਾਵਾਂ ਤੱਕ ਪਹੁੰਚਾਈਏ। ਭਾਵੇਂ ਉਹ ਅਫਰੀਕਾ 'ਚ ਬੈਠੇ ਨੇ, ਅਮਰੀਕਾ, ਕੈਨੇਡਾ, ਅਤੇ ਭਾਵੇਂ ਫਿਲੀਪੀਨਸ ਦੇ ਵਿੱਚ, ਅਤੇ ਭਾਵੇਂ ਜਾਪਾਨ, ਅਤੇ ਭਾਵੇਂ ਨਾਰਵੇ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਲੈ ਕੇ ਹਰ ਦੁਨੀਆ ਦੇ ਕੋਨੇ ਦੇ ਵਿੱਚ ਇਹ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੁੰਦੇ ਨੇ, ਜਸਵੀਰ ਸਿੰਘ ਭੱਟੀ, ਨੀਲ ਭੁਲਿੰਦਰ ਸਿੰਘ, ਅਤੇ ਸਾਡੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਸਾਡੇ ਪੱਤਰਕਾਰ ਸਾਹਿਬਾਨ ਤੁਹਾਡੇ ਨਾਲ ਤਾਜ਼ਾ ਤਰੀਨ ਖਬਰਾਂ ਲੈ ਕੇ ਆਉਂਦੇ ਨੇ। ਪੰਜਾਬ ਦੇ ਸਿੱਖ ਸਿਆਸਤ ਦੇ ਕਈ ਮਸਲਿਆਂ ਦੇ ਉੱਤੇ ਅਸੀਂ ਬੁੱਧੀਜੀਵੀਆਂ ਨਾਲ ਵੀ ਗੱਲ ਕਰਦੇ ਹਾਂ, ਸਾਡੇ ਸਿੱਖ ਮਸਲਿਆਂ ਬਾਰੇ ਜਾਣਕਾਰਾਂ ਨਾਲ ਗੱਲ ਕਰਦੇ ਹਾਂ। ਸੋ ਆਗਾਜ਼ ਕਰਦੇ ਜੀ ਅੱਜ ਦੇ ਪ੍ਰੋਗਰਾਮ ਦਾ। ਸਭ ਤੋਂ ਪਹਿਲਾਂ ਤਾਜ਼ਾ ਤਰੀਨ ਖਬਰਾਂ ਅਤੇ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ। ਖੰਨਾ ਦੀ ਪੁਲਿਸ ਵੱਲੋਂ ਥਾਣੇ ਅੰਦਰ 3 ਵਿਅਕਤੀਆਂ ਦੇ ਉਤਾਰੇ ਗਏ ਕੱਪੜਿਆਂ ਤੇ ਢਾਏ ਗਏ ਤਸ਼ੱਦਦ ਦਾ ਹਾਈਕੋਰਟ ਵੱਲੋਂ ਸਖਤ ਨੋਟਿਸ ਲੈ ਲਿਆ ਗਿਆ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਪੰਜਾਬ ਦੇ ਕੈਬਨਿਟ ਮੰਤਰੀ ਓਪੀ ਸੋਨੀ ਨੇ ਦੇਸ਼ ਦੀ ਪਹਿਲੀ ਕਰੋਨਾ ਟੈਸਟਿੰਗ ਲੈਬ ਦਾ ਉਦਘਾਟਨ ਕੀਤਾ ਹੈ। ਫਰੀਦਕੋਟ ਵਿਖੇ ਇਸ ਲੈਬ ਵਿੱਚ ਰੋਜ਼ਾਨਾ 3000 ਟੈਸਟ ਹੋਣ ਦੀ ਸਮਰੱਥਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਲੈਬਾਂ ਜਿਹੜੀਆਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਵੀ ਸਥਾਪਿਤ ਕੀਤੀਆਂ ਜਾਣੀਆਂ। ਕਰਫਿਊ ਹਟਣ ਤੋਂ ਬਾਅਦ ਪਟਿਆਲਾ ਵਿੱਚ 55% ਉਦਯੋਗਿਕ ਇਕਾਈਆਂ ਨੇ 50% ਮੁਲਾਜ਼ਮਾਂ ਨਾਲ ਕੰਮ ਸ਼ੁਰੂ ਕਰ ਦਿੱਤਾ। ਉਦਯੋਗਪਤੀਆਂ ਦੇ ਕਹਿਣ ਦੇ ਮੁਤਾਬਕ ਜਿਉਂ ਹੀ ਕੰਮ ਦੀ ਡਿਮਾਂਡ ਵਧੇਗੀ, ਬਾਕੀ ਕੰਮ ਇਹਨੂੰ ਕੰਮ ਤੇ ਬੁਲਾ ਲੈਣਗੇ। ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਉਡੀਕ ਕਰਨਗੇ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਮੁਤਾਬਕ ਜ਼ਿਲ੍ਹੇ ਵਿੱਚ ਕੋਈ 14,000 ਛੋਟੀਆਂ ਵੱਡੀਆਂ ਉਦਯੋਗਿਕ ਇਕਾਈਆਂ ਨੇ, ਜਿਨ੍ਹਾਂ ਵਿੱਚੋਂ 5600 ਦੇ ਕਰੀਬ ਇਕਾਈਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਆਪਣੇ ਵਿਲੱਖਣ ਅਤੇ ਵੱਡੇ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆ ਅੰਦਰ ਇੱਕ ਨਿਵੇਕਲੀ ਪਛਾਣ ਬਣਾ ਚੁੱਕੀ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਅੱਗੇ ਸਮਾਜ ਸੇਵਕ SPS ਸੁਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਵਿਖੇ ਏਅਰਪੋਰਟ ਅਥਾਰਟੀ ਨੂੰ ਉਸ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਸੁਰੱਖਿਆ ਲਈ 200 PPE ਕਿੱਟਾਂ, 75 N95 ਮਾਸਕ, 4 ਇਨਫਰਾਰੈਡ ਥਰਮਾਮੀਟਰ ਤੇ ਹੋਰ। ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਅਟਕਲਾਂ ਨੂੰ ਠੱਲ ਪਾ ਦਿੱਤੀ ਹੈ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਜਲਾਲਾਬਾਦ ਤੋਂ ਚੋਣ ਲੜਨਗੇ। ਜਲਾਲਾਬਾਦ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਕਣਕ ਰਵਾਨਾ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਨੂੰ ਹਰਾ ਕੇ ਮੈਂਬਰ ਪਾਰਲੀਮੈਂਟ ਬਣੇ ਸੀ। ਇਸ ਤੋਂ ਬਾਅਦ ਜ਼ਿਮਨੀ ਚੋਣਾਂ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹਾਰ ਤੋਂ ਬਾਅਦ ਲੋਕਾਂ ਵਿੱਚ ਉਹਨਾਂ ਦੇ ਜਲਾਲਾਬਾਦ 'ਚ ਚੋਣਾਂ ਨਾ ਲੜਨ ਦੀਆਂ ਅਫਵਾਹਾਂ ਸਨ, ਅਤੇ ਉਹ ਪੂਰੀ ਤਰ੍ਹਾਂ ਵਿਰਾਮ ਹੁਣ ਲਾ ਦਿੱਤਾ ਅਤੇ ਵੀ ਉਹ ਚੋਣ ਜਿਹੜੀ ਹੈ ਲੜਨਗੇ। ਅਤੇ ਹੁਣ ਖਬਰਾਂ ਦੇ ਅੱਗੇ ਸਿਲਸਿਲਾ ਸ਼ੁਰੂ ਕਰਦੇ ਹਾਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ ਅਹਿਮੀਅਤ ਦੇ ਉੱਤੇ ਗੱਲ ਕਰੀਏ ਤਾਂ ਜਲਾਲਾਬਾਦ ਪਹੁੰਚਦੇ ਨੇ, ਕਣਕ ਰਵਾਨਾ ਕਰਦੇ ਨੇ ਅਤੇ ਕਹਿ ਦਿੰਦੇ ਕਿ ਜਲਾਲਾਬਾਦ ਤੋਂ ਮੈਂ ਹੁਣ ਵਿਧਾਨ ਸਭਾ ਦੀਆਂ ਚੋਣਾਂ ਲੜਾਂਗਾ। ਇਹਦਾ ਮਤਲਬ ਵੀ ਪਾਰਲੀਮੈਂਟ ਤੋਂ ਅਸਤੀਫਾ ਦੇਣਗੇ, ਫਿਰ ਇੱਕ ਉਪ ਚੋਣ। ਉਹਨਾਂ ਨੈਚੁਰਲੀ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਏਜੰਡਾ ਅਜੇ ਤੱਕ ਕਦੇ ਹੈ ਹੀ ਨਹੀਂ ਸੀ ਕਿ ਉਹਨੇ ਪਾਰਲੀਮੈਂਟ 'ਚ ਜਾਣਾ ਹੈ। ਉਹ ਤਾਂ ਮਜਬੂਰੀ ਸੀ ਜੀ। 1995 ਦੀ ਬਾਈ ਇਲੈਕਸ਼ਨ ਆਈ, ਉਸ ਇਲੈਕਸ਼ਨ ਤੋਂ ਪਹਿਲਾਂ ਤਾਂ ਸੁਖਬੀਰ ਸਿੰਘ ਬਾਦਲ ਰਾਜਨੀਤੀ ਦੇ ਕਿਤੇ ਨੇੜੇ ਤੇੜੇ ਹੀ ਨਹੀਂ ਸੀ। ਇਹ ਤਾਂ ਆਪਣਾ MBA ਕਰਕੇ ਆਇਆ ਸੀ ਅਮਰੀਕਾ ਤੋਂ, ਔਰ ਬਿਜ਼ਨਸ ਦੇ ਵਿੱਚ ਪੈ ਗਿਆ ਸੀ। ਪਰ ਕਿਉਂਕਿ ਉਹ ਚੋਣ ਬਾਦਲ ਪਰਿਵਾਰ ਲਈ ਬਹੁਤ ਮਹੱਤਵਪੂਰਨ ਸੀ ਜੀ, ਕਿਉਂਕਿ ਉਹ ਤੋਂ ਪਹਿਲਾਂ ਬਾਦਲ ਪਰਿਵਾਰ ਕਰੀਬ ਹਾਸ਼ੀਏ 'ਤੇ ਚਲਾ ਗਿਆ ਸੀ ਜੀ। 1991 ਦੇ ਵਿੱਚ ਚੋਣਾਂ ਹੋਈਆਂ, ਜਿਹੜੀਆਂ ਚੋਣਾਂ ਭੰਗ ਹੋ ਗਈਆਂ ਸੀ, ਤੁਸੀਂ ਯਾਦ ਕਰੋ, ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਵੀ ਹਲਕੇ ਤੋਂ ਚੋਣ ਨਹੀਂ ਸੀ ਲੜੀ। ਚੁੱਪ ਕਰਕੇ ਘਰੇ ਬਹਿ ਗਏ ਸੀ, ਆਪਣਾ ਗਿੱਦੜਵਾ ਹਲਕਾ ਛੱਡਤਾ ਸੀ, ਅਤੇ ਉੱਥੋਂ ਲਿਆਦਾ ਕਿਹਨੂੰ ਸੀ? ਜ਼ਬਰਜੰਗ ਸਿੰਘ ਚੱਕ ਦੂਹੇ ਵਾਲੇ ਨੂੰ ਜੀ, ਕਿ ਤੁਸੀਂ ਚੋਣ ਲੜੋ। ਔਰ ਉਸ ਚੋਣ ਦੇ ਵਿੱਚ ਲਗਭਗ 20 ਜਿਹੜੇ ਸੀ ਕੈਂਡੀਡੇਟ ਅਕਾਲੀ ਦਲ ਦੇ, ਉਹ ਮਾਰੇ ਗਏ ਸੀ ਜੀ। ਫਿਰ 1992 ਚੋਣ ਹੁੰਦੀ ਹੈ, ਉਹ ਰੱਦ ਹੋ ਗਈ ਸੀ ਜੀ। 1992 ਦੀ ਚੋਣ ਦੇ ਵਿੱਚ ਬਾਈਕਾਟ ਕਰਤਾ ਸੀ ਅਕਾਲੀ ਦਲ ਨੇ। ਠੀਕ ਹੈ, ਅਕਾਲੀ ਦਲ ਨਹੀਂ ਸੀਗਾ। 10% ਵੋਟਾਂ ਲੈ ਕੇ ਬੇਅੰਤ ਸਿੰਘ ਦੀ ਸਰਕਾਰ ਬਣ ਗਈ ਸੀ, ਅਤੇ ਬੇਅੰਤ ਸਿੰਘ ਨੇ ਜਿਵੇਂ ਅਕਾਲੀ ਦਲ ਨੂੰ ਤੇ ਬਾਦਲ ਪਰਿਵਾਰ ਨੂੰ ਬਾਣੀ ਪਾਇਆ ਸੀ ਜੀ, ਉਹ ਇੱਕ ਵਿਲੱਖਣੀ ਮਤਲਬ ਆਪਦਾ ਇਤਿਹਾਸ ਦੇ ਵਿੱਚ ਲਿਖਾ ਗਿਆ ਜੀ ਕਿ ਉਹਨੇ
ਅਕਾਲੀਆਂ ਦੇ ਪੈਰ ਉਖੇੜਤੇ ਸੀ। ਕਾਰਨ ਵੱਡਾ ਇਹ ਸੀਗਾ ਕਿ ਉਹ ਪਹਿਲਾ ਚੀਫ ਮਿਨਿਸਟਰ ਸੀ ਕਾਂਗਰਸ ਦਾ ਜਿਹਨੇ ਪਿੰਡਾਂ ਦੀ ਨਬਜ਼ ਸਮਝੀ ਸੀ ਜੀ, ਜਿਹਨੇ ਇਹ ਦੇਖਿਆ ਸੀ ਵੈਸੇ ਮੰਨਿਆ ਜਾਂਦਾ ਸੀ ਜੇ ਬੇਅੰਤ ਸਿੰਘ, ਮੈਂ ਯਾਦ ਆ ਮੈਨੂੰ, ਮੈਂ ਤੇ ਜਤਿੰਦਰ ਸਿੰਘ ਔਲਖ ਦੇ ਫਾਦਰ ਅਸੀਂ ਫਿਰੋਜ਼ਪੁਰ ਖੜੇ ਸੀ, ਤੁਹਾਨੂੰ ਪਤਾ ਸਾਡੇ ਭਾਈਚਾਰਕ ਸਾਂਝ ਵੀ ਨੇ ਨਾ, ਹਬੋਰ ਖੜੇ ਸੀ ਤਾਂ ਬੇਅੰਤ ਸਿੰਘ ਉੱਥੋਂ ਲੰਘਿਆ ਤੇ ਉਹਨਾਂ ਨੇ ਗੱਡੀ ਰੁਕਾ ਕੇ, ਅਸੀਂ ਸੜਕ ਦੇ ਪਾਸੇ ਤੇ ਖੜੇ ਕੋਈ ਗੱਲ ਕਰ ਰਹੀ ਘਰੇਲੂ, ਤੇ ਉੱਥੋਂ ਰੋਕ ਕੇ ਤੇ ਉਹਨਾਂ ਨੂੰ ਆਵਾਜ਼ ਮਾਰੀ ਉਹਨਾਂ ਨੇ। ਚਲੋ ਆਪਾਂ ਹਾਂ ਇੰਨੀ- ਹਾਂ ਉਹਦੀ ਆਪਾਂ ਗਾਂ ਗੱਲ ਕਰਦੇ ਹਾਂ ਉਹਦੇ 'ਚ। ਉਹ ਅਸਲ ਦੇ ਵਿੱਚ ਇਹ ਸੀ ਜਿਵੇਂ ਪਿੰਡੂ ਨਬਜ਼ ਪਛਾਣੇ ਨੇ। ਉਹ ਪਿੰਡਾਂ ਦੇ ਵਾਲੇ ਪਾਸੇ ਉਹਨਾਂ ਨੂੰ ਪਤਾ ਸੀ ਕਿ ਜੇ ਸਾਨੂੰ 10% ਵੋਟ ਮਿਲੀ ਹੈ ਤਾਂ ਮਤਲਬ ਇਹ ਕਿ ਪੇਂਡੂ ਵੋਟ ਨਹੀਂ ਮਿਲੀ। ਕਾਂਗਰਸ ਸਰਵਾਈਵ ਨਹੀਂ ਕਰ ਸਕਦੀ ਜਿੰਨੀ ਦੇਰ ਪਿੰਡਾਂ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗਦੇ। ਉਹ ਤੋਂ ਬਾਅਦ 92 ਦੇ ਵਿੱਚ ਸਰਕਾਰ ਬਣਦੀ ਹੈ, 93 ਚ ਬੇਅੰਤ ਸਿੰਘ ਨੇ ਪੰਚਾਇਤੀ ਚੋਣਾਂ ਕਰਵਾਈਆਂ ਜੀ, ਔਰ ਪੰਚਾਇਤੀ ਚੋਣਾਂ ਕਰਵਾਉਣ ਤੋਂ ਬਾਅਦ ਫਿਰ ਪੰਚਾਇਤਾਂ ਨੂੰ ਗਰੰਟਾਂ ਦੇ ਗੱਫੇ ਦਿੱਤੇ ਜੀ। ਜਿਹੜੇ ਲੋਕ ਸਰਪੰਚ ਬਣ ਕੇ ਆਏ ਸੀ ਪਿਛੋਕੜ, ਭਾਵੇਂ ਉਹਨਾਂ ਦਾ ਅਕਾਲੀ ਦਲ ਹੈ, ਤੇ ਉਹ ਬੜੇ ਫਖਰ ਨਾਲ ਕਹਿਣ ਲੱਗੇ ਸੀ ਅਸੀਂ ਕਾਂਗਰਸੀ ਹਾਂ। ਬਾਦਲ ਪਰਿਵਾਰ ਉਦੋਂ ਕਾਫੀ ਹਾਸ਼ੀਏ ਤੇ ਚਲਾ ਗਿਆ ਸੀ ਜੀ। ਗਿੱਦੜਬਾਹਾ ਤੋਂ ਰਘਵੀਰ ਸਿੰਘ ਪ੍ਰਧਾਨ ਜਿਹੜੇ ਹੁੰਦੇ ਸੀਗੇ ਐਮਐਲਏ ਸੀ, ਉਹਨਾਂ ਤੇ ਇੱਕ ਫੌਜਦਾਰੀ ਕੇਸ ਚੱਲਦਾ ਸੀ। ਉਹ ਫੌਜਦਾਰੀ ਕੇਸ ਚੱਲਣ ਦੇ ਨਤੀਜੇ ਵਜੋਂ ਸਜ਼ਾ ਹੋ ਗਈ ਉਹਨਾਂ ਨੂੰ। ਸਜ਼ਾ ਹੋਣ ਦੀ ਵਜ੍ਹਾ ਕਾਰਨ ਉਹ ਡਿਸਕੁਆਲੀਫਾਈ ਹੋ ਗਏ ਤੇ ਉਹ ਸੀਟ ਜਿਹੜੀ ਹੈ ਖਾਲੀ ਡਿਕਲੇਅਰ ਕਰਤੀ ਸੀ ਚੋਣ ਕਮਿਸ਼ਨ ਨੇ। ਫਿਰ ਉੱਥੇ ਚੋਣ ਹੁੰਦੀ ਹੈ, ਫਿਰ ਆ ਗਿਆ ਵੀ ਕਿਹਨੂੰ ਖੜਾ ਕਰੀਏ। ਜਬਰਜੰਗ ਸਿੰਘ ਚੱਕ ਦੂਹੇ ਵਾਲੀ ਤਾਂ ਗੱਲ ਨਹੀਂ ਬਣਦੀ, ਕਿਉਂਕਿ ਦੂਜੇ ਪਾਸੇ ਭਾਵੇਂ ਕੈਂਡੀਡੇਟ ਰਘਵੀਰ ਦਾ ਬੇਟਾ ਸੀ ਲੇਕਿਨ ਚੋਣ ਤਾਂ ਬੇਅੰਤ ਸਿੰਘ ਆਪ ਲੜ ਰਿਹਾ ਸੀ। ਸਾਰਾ ਮੰਤਰੀ ਮੰਡਲ ਲੈ ਕੇ ਉਹਨੇ ਵਹਾਤਾ ਸੀ। ਫਿਰ ਬਾਦਲ ਪਰਿਵਾਰ ਨੇ ਸੋਚਿਆ ਕਿ ਹੁਣ ਤਾਂ ਆਪ ਤੋਂ ਬਗੈਰ ਗੱਡੀ ਨਹੀਂ ਚੱਲਣੀ। ਪ੍ਰਕਾਸ਼ ਸਿੰਘ ਬਾਦਲ ਨੇ ਆਪ ਲੜਨ ਦੀ ਬਜਾਏ ਸੁਖਬੀਰ ਸਿੰਘ ਬਾਦਲ ਨੂੰ ਲੜਾਉਣ ਦੀ ਬਜਾਏ ਮਨਪ੍ਰੀਤ ਬਾਦਲ ਨੂੰ ਲੜਾਇਆ। ਔਰ ਕੱਲਾ ਲੜਾਇਆ ਨਹੀਂ, ਦਾਨੇ ਸਾਹਿਬ ਯਾਦ ਕਰੋ, ਮੇਰੇ ਯਾਦ ਆ ਸਾਰਾ ਕੁਝ। ਉਦੋਂ ਮਨਪ੍ਰੀਤ ਸਿੰਘ ਬਾਦਲ ਨੂੰ ਪੰਥਕ ਵੋਟ ਖਿੱਚਣ ਵਾਸਤੇ ਅੰਮ੍ਰਿਤਪਾਨ ਵੀ ਕਰਵਾਇਆ ਗਿਆ ਸੀ। ਅੱਛਾ ਜੀ। ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਪਾਨ ਕਰਵਾਇਆ ਸੀ। ਐਮਐਲਏ ਬਣ ਗਏ ਇਹ, ਇਹਨਾਂ ਦੇ ਬਕਾਇਦਾ ਮਤਲਬ ਜਿਹੜਾ ਹੈਗਾ ਗਾਤਰਾ ਉੱਪਰ ਦੀ ਪਾਇਆ ਹੁੰਦਾ ਸੀ ਜੀ ਕੰਪੇਨ ਦੇ ਦੌਰਾਨ। ਐਮਐਲਏ ਬਣ ਗਏ। ਐਮਐਲਏ ਬਣਨ ਤੋਂ ਬਾਅਦ ਇਹਨਾਂ ਨੇ ਕਹਿੰਦਾ ਜੀ ਮੈਥੋਂ ਨਹੀਂ ਨਿਭਦਾ, ਤੇ ਇਹਨਾਂ ਨੇ ਉਹ ਅੰਮ੍ਰਿਤ ਛੱਡਤਾ ਸੀ। ਫਿਰ ਸੁਖਬੀਰ ਸਿੰਘ ਬਾਦਲ ਦੀ ਐਂਟਰੀ ਤਾਂ ਉਹ ਤੋਂ ਬਾਅਦ ਹੁੰਦੀ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਮਾਤਾ ਨੂੰ, ਔਰਤਾਂ ਨੂੰ ਹੁੰਦਾ ਜੀ ਜੀ ਕਿ ਮਨਪ੍ਰੀਤ ਬਣ ਗਿਆ, ਭਤੀਜਾ ਬਣ ਗਿਆ ਐਮਐਲਏ, ਤੇ ਪੁੱਤ ਰਹਿ ਗਿਆ। ਉਹ ਤੋਂ ਬਾਅਦ ਫਿਰ 96 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ। ਪਾਰਲੀਮੈਂਟ ਦੀ ਚੋਣ ਵਿੱਚ ਫਿਰ ਸੁਖਬੀਰ ਸਿੰਘ ਬਾਦਲ ਨੂੰ ਲੜਾਇਆ ਜਾਂਦਾ ਪ੍ਰਕਾਸ਼ ਸਿੰਘ ਬਾਦਲ ਦੇ ਰਾਜਨੀਤਿਕ ਵਾਰਸ ਵਜੋਂ। ਔਰ ਉਦੋਂ ਸੁਖਬੀਰ ਸਿੰਘ ਬਾਦਲ ਕੇਂਦਰ 'ਚ ਵਜ਼ੀਰ ਬਣਦਾ ਹੈ, ਜਿਹੜੀ ਵਾਜਪਾਈ ਦੀ ਸਰਕਾਰ ਹੈ। ਪੌਣਾ ਮੰਤਰੀ ਬਣਦਾ ਸੀ। ਪੂਰਾ ਮੰਤਰੀ ਬਣਿਆ ਸੀ ਸੁਖਦੇਵ ਸਿੰਘ ਢੀਂਡਸਾ, ਤੇ ਪੌਣਾ ਮੰਤਰੀ ਬਣਿਆ ਸੀ ਸੁਖਬੀਰ ਸਿੰਘ ਬਾਦਲ ਜੀ। ਔਰ ਉਹ ਤੋਂ ਬਾਅਦ ਫਿਰ ਜਿਹੜਾ ਹੈਗਾ ਪਾਰਲੀਮੈਂਟ ਹੀ ਲੜਨੀ ਪਈ, ਕਿਉਂਕਿ 2007 ਦੀ ਚੋਣ ਆ ਗਈ ਤਾਂ ਬਾਦਲ ਸਾਹਿਬ ਆਪ ਚੀਫ ਮਿਨਿਸਟਰ ਬਣ ਗਏ। ਔਰ ਫਿਰ ਦੁਬਾਰਾ ਟਾਈਮ ਆਇਆ ਜਦੋਂ 1997 ਵਾਲੇ ਚ ਬਾਦਲ ਸਾਹਿਬ ਬਣ ਗਏ, 2007 ਦੇ ਵਿੱਚ ਬਾਦਲ ਸਾਹਿਬ ਫਿਰ ਚੀਫ ਮਿਨਿਸਟਰ ਬਣਦੇ ਜੀ। ਤਾਂ ਫਿਰ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ ਦੀ ਬਜਾਏ ਅਸੈਂਬਲੀ ਨੂੰ ਤਰਜੀਹ ਦਿੱਤੀ। ਜਲਾਲਾਬਾਦ ਤੋਂ ਜਿਹੜਾ ਘੁਬਾਇਆ ਸ਼ੇਰ ਸਿੰਘ ਤੋਂ ਅਸਤੀਫਾ ਦਵਾਇਆ ਗਿਆ, ਉਹਨੂੰ ਅਸਤੀਫਾ ਦੇ ਕੇ ਉਹਦੀ ਸੀਟ ਖਾਲੀ ਕਰਵਾਈ ਗਈ। ਸੀਟ ਖਾਲੀ ਕਰਵਾ ਕੇ ਆਪ ਉੱਥੋਂ ਚੋਣ ਲੜੀ। ਔਰ ਉਹ ਚੋਣ ਕਿਉਂ ਲੜੀ ਸੀ? ਇਸ ਕਰਕੇ ਕਿ ਡਿਪਟੀ ਮੁੱਖ ਮੰਤਰੀ ਬਣਨਾ। ਡਿਪਟੀ ਮੁੱਖ ਮੰਤਰੀ ਦਾ ਨਾਂ ਹੀ ਸੀ ਕਾਰ ਮੁਖਤਿਆਰ, ਸਾਰਾ ਕੁਝ ਉਹ ਤਾਂ ਸੁਖਬੀਰ ਸਿੰਘ ਬਾਦਲ ਸੀ। ਫਿਰ ਦੁਬਾਰਾ ਚੋਣ ਲੜਦੇ ਇਸ ਕਰਕੇ ਜਿਹੜਾ ਉਹਨਾਂ ਦਾ ਏਜੰਡਾ ਹੈ ਉਹ ਪੰਜਾਬ ਤੇ ਰਾਜ ਕਰਨਾ। ਪੰਜਾਬ ਤੇ ਰਾਜ ਕਰਨ ਵਾਲੀ ਗੱਲ ਪਹਿਲਾਂ ਵੀ 10 ਸਾਲ ਰਹੀ ਹੈ, ਤੇ ਉਦੋਂ ਕਹਿੰਦੇ ਸੀ 25 ਸਾਲ ਕਰਨੇ। ਬਿਲਕੁਲ। ਹੁਣ ਉਹਨਾਂ ਨੇ ਇਹ ਦੱਸਤਾ ਕਿ ਭਾਈ ਚੋਣ ਤਾਂ ਮੈਂ ਪੰਜਾਬ 'ਚ ਹੀ ਲੜੂੰਗਾ। ਬਾਈ ਇਲੈਕਸ਼ਨ ਭਾਵੇਂ 10 ਆਇਆ, ਪੋਲੀਟੀਕਲ ਬੰਦੇ ਵਾਸਤੇ ਕੀ ਹੈ, ਪੈਸੇ ਤਾਂ ਲੋਕਾਂ ਦੇ ਪੈਸੇ ਲੱਗਣੇ, ਸਰਕਾਰੀ ਖਜ਼ਾਨੇ ਤੇ ਲੱਗਣੇ। ਸੋ ਉਹਨੇ ਆਪਣੀ ਜਿਹੜੀ ਇੱਛਾ ਜ਼ਾਹਰ ਕਰਤੀ ਹੈ ਕਿ ਭਾਈ ਮੈਂ ਹੀ ਚੋਣ ਲੜੂੰਗਾ, ਮੈਂ ਵਿਧਾਨ ਸਭਾ ਲੜੂੰ। ਵੈਸੇ ਵੀ ਜੇ ਆਪਾਂ ਦੇਖੀਏ ਤਾਂ ਬਾਦਲ ਸਾਹਿਬ ਇਸ ਵੇਲੇ ਬਹੁਤ ਬਜ਼ੁਰਗ ਹੋ ਗਏ, ਉਹਨਾਂ ਦੀ ਸਿਹਤ ਵੀ ਠੀਕ ਨਹੀਂ। ਆਮ ਤੌਰ ਤੇ ਆਪਾਂ ਦੇਖਿਆ ਦਾਸ ਜੀ ਦੇ ਸੰਸਕਾਰ ਵੇਲੇ ਵੀ ਦੇਖਿਆ, ਭੋਗ ਵੇਲੇ ਵੀ ਦੇਖਿਆ ਜੀ। ਉਹ ਤੋਂ ਪਹਿਲਾਂ ਵੀ ਆਪਾਂ ਦੇਖਿਆ ਕਿ ਹੁਣ ਉਹਨਾਂ ਨੂੰ ਸਹਾਰੇ ਦੀ ਲੋੜ ਪੈਂਦੀ ਹੈ ਜੀ। ਪੂਰੇ ਬਗੈਰ ਸਹਾਰੇ ਤੋਂ ਉਹਨਾਂ ਦਾ ਚੱਲਣਾ ਫਿਰਨਾ ਵੀ ਮੁਸ਼ਕਲ ਹੋ ਜਾਂਦਾ। ਵੈਸੇ ਵੀ ਬਹੁਤ ਮਤਲਬ ਜਿਹੜਾ ਹੈਗਾ ਇhtiyat ਵਰਤਦੇ। ਇਹਨਾਂ ਹਾਲਾਤਾਂ ਦੇ ਵਿੱਚ ਮੇਰਾ ਖਿਆਲ ਨਹੀਂ ਵੀ ਬਾਦਲ ਸਾਹਿਬ ਅਗਲੀ ਵਾਰੀ ਮੁੱਖ ਮੰਤਰੀ ਦੇ ਕੈਂਡੀਡੇਟ ਹੋਣਗੇ। ਡਿਕਲੇਅਰ ਭਾਵੇਂ ਨਾ ਕਰਨ। ਸੁਖਬੀਰ ਸਿੰਘ ਬਾਦਲ ਦਾ ਇਹ ਕਹਿ ਸਕਦੇ ਜੀ ਹੈਗੇ ਆ ਜੀ, ਤਾਂ ਬਾਦਲ ਸਾਹਿਬ ਅਜੇ ਤਾਂ ਹੈਗੇ ਆ ਜੀ, ਤੇ ਜਦੋਂ ਮੌਕਾ ਮਿਲ ਜੇ ਬਹੁਮਤ ਜੇ ਆਉਂਦਾ ਹੈ ਤਾਂ ਫਿਰ ਸੁਖਬੀਰ ਸਿੰਘ ਬਾਦਲ ਦੇ ਗਲ 'ਚ ਕੰਗੋ ਦੀ ਕਟੋਰੀ ਪਾਈ ਜਾ ਸਕਦੀ ਹੈ ਕਿ ਮੁੱਖ ਮੰਤਰੀ ਤੁਸੀਂ ਹੋ। ਇਹ ਇਸ ਕਰਕੇ ਉਹਨਾਂ ਨੇ ਆਪਣੇ ਪੱਤੇ ਜਿਹੜੇ ਇਹ ਢਿੱਲੋਂ ਸਾਹਿਬ ਕੁਛ ਹਾਲਾਤ ਇਹ ਵੀ ਹੋਏ ਕਿ ਪਿੱਛੇ ਜੇ ਦਾਸ ਜੀ ਦਾ ਭੋਗ ਸੀਗਾ ਜਿਹੜਾ, ਉਦੋਂ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਤਕਰੀਰ ਸੀਗੀ
ਉਹਦੇ ਬੜੇ ਮਹਿਨੇ ਨਿਕਲੇ ਨੇ। ਬਿਲਕੁਲ ਉਹ ਤਕਰੀਰ ਜਿਹੜੀ ਸੀਗੀ, ਜਿਸ ਢੰਗ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਨੇ ਗੱਲ ਕੀਤੀ ਹੈ, ਮੈਨੂੰ ਵੀ ਕਈ ਸੀਨੀਅਰ ਪੱਤਰਕਾਰਾਂ ਦੇ ਫੋਨ ਆਏ ਸੀ ਜੀ। ਕਿਉਂਕਿ ਉਹ ਪੁੱਛਦੇ ਸੀ ਕਿ ਤੁਸੀਂ ਭੋਗ ਸੈਰੇਮਨੀ ਦੇ ਵਿੱਚ ਸੀਗੇ। ਮੈਂ ਕਿਹਾ ਜੀ ਮੈਂ ਨਹੀਂ ਸੀ। ਕਹਿੰਦੇ ਤਕਰੀਰ ਜਿਹੜੀ ਹੈ ਉਹ ਬੜੇ ਇਸ਼ਾਰੇ ਕਰਦੀ ਹੈ, ਉਹਦੇ ਤੋਂ ਇਉਂ ਲੱਗਦੀ ਹੈ ਕਿ ਜਿਵੇਂ ਫੇਰ ਜਿਹੜੇ ਹੈਗੇ ਹੈ ਭੱਜੀਆਂ ਬਾਹੀਂ ਗਲਾਂ ਨੂੰ ਆਈਆਂ ਜੀ। ਕਿ ਇਸ ਤਰ੍ਹਾਂ ਲੱਗਦਾ ਜਿਵੇਂ ਉਹਨੇ ਆਪਣੇ ਬਾਪ ਦੀ ਗੱਲ ਕੀਤੀ ਮਨਪ੍ਰੀਤ ਸਿੰਘ ਬਾਦਲ ਨੇ ਕਿ ਮੇਰਾ ਬਾਪ ਬਾਦਲ ਸਾਹਿਬ ਤੁਹਾਡਾ ਜ਼ਿਆਦਾ ਵਫਾਦਾਰ ਸੀ ਜੀ, ਮੇਰੇ ਨਾਲ ਤੁਹਾਡਾ ਵਫਾਦਾਰ ਸੀ। ਇੱਥੇ ਸਮਝਦਾ ਮੈਂ ਕਿ ਸ਼ਬਦਾਂ ਦੀ ਉਹਨੇ ਮਾਰ ਖਾਧੀ ਹੈ। ਕਦੇ ਵੀ ਬਾਪ ਪੁੱਤ ਦਾ ਵਫਾਦਾਰ ਨਹੀਂ ਹੁੰਦਾ, ਪੁੱਤ ਬਾਪ ਦਾ ਵਫਾਦਾਰ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਗੁਰਦਾਸ ਸਿੰਘ ਬਾਦਲ ਦਾ ਵੱਡਾ ਭਰਾ ਸੀ, ਉਹਨੇ ਵਫਾ ਨਿਭਾਈ ਹੈ। ਔਰ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਜਿੰਨੀ ਦੇਰ ਤੱਕ ਦੋਨੇ ਪਰਿਵਾਰ ਰਾਜਨੀਤਿਕ ਤੌਰ ਤੇ ਅਲੱਗ-ਅਲੱਗ ਨਹੀਂ ਹੋਏ, ਸਾਰੇ ਅਹਿਮ ਫੈਸਲੇ ਗੁਰਦਾਸ ਸਿੰਘ ਬਾਦਲ ਹੀ ਲੈਂਦੇ ਰਹੇ। ਬਾਦਲ ਸਾਹਿਬ ਤੇ ਮੋਹਰ ਲਾ ਦਿੰਦੇ ਸੀਗੇ। ਪਿਆਰ ਸੀ ਦੋਨਾਂ ਭਰਾਵਾਂ ਦਾ, ਉਹਨਾਂ ਨੇ ਆਪਣਾ ਪਿਆਰ ਨਿਭਾਇਆ। ਹੁਣ ਜਿਸ ਢੰਗ ਦੀ ਮਤਲਬ ਉਹਨੇ ਬਾਦਲ ਸਾਹਿਬ ਨੂੰ ਕਿਹਾ ਵੀ ਹੈ ਕਿ ਜੀ ਜਦੋਂ ਕਿਸੇ ਦਾ ਵੀਰ ਮਰ ਜਾਂਦਾ ਹੈ ਉਹਦੀ ਹਾਲਤ ਕੀ ਹੁੰਦੀ ਹੈ, ਮੈਂ ਸਮਝਦਾ ਬਾਦਲ ਸਾਹਿਬ ਨਾਲ ਇੱਕ ਕਿਸਮ ਦੀ ਮਤਲਬ ਹਮਦਰਦੀ ਵੀ ਪ੍ਰਗਟ ਕੀਤੀ ਹੈ। ਉਹਨਾਂ ਨੂੰ ਕਿਹਾ ਕਿ ਮੇਰਾ ਕਰਕੇ ਜੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਠੇਸ ਲੱਗੀ ਹੈ ਤਾਂ ਮੈਂ ਖਿਮਾ ਦਾ ਜਾਚਕ ਵੀ ਹਾਂ। ਸ਼ਮਸ਼ਾਨ ਘਾਟ ਦੇ ਵਿੱਚ ਵੀ ਜਦੋਂ ਦਾਸੀ ਦਾ ਸੰਸਕਾਰ ਹੋਇਆ, ਉਦੋਂ ਵੀ ਜੇ ਆਪਾਂ ਦੇਖੀਏ ਤਾਂ ਜਿਹੜੇ ਹੈ ਮਨਪ੍ਰੀਤ ਜੀ ਉਚੇਚੇ ਤੌਰ ਤੇ ਵੱਡੇ ਬਾਦਲ ਕੋਲੇ ਗਏ ਜਾਂਦੇ, ਗੱਡੀ ਦੇ ਕੋਲੇ ਜਾ ਕੇ ਉਹਨਾਂ ਨੂੰ ਦੁਆ ਸਲਾਮ ਕੀਤੀ ਵੀ ਕੋਈ ਗੱਲ ਨਹੀਂ ਜੀ, ਤੁਸੀਂ ਆਰਾਮ ਕਰੋ, ਘਰੇ ਚਲੋ। ਵੈਸੇ ਮੈਂ ਜਿੰਨਾ ਕਿ ਮੈਨੂੰ ਬਾਦਲ ਪਰਿਵਾਰ ਦੀ ਸਮਝ ਹੈ, ਜਿੰਨਾ ਕਿ ਮੈਂ ਦੇਖਦਾ, ਇਸ ਪਰਿਵਾਰ ਦੇ ਵਿੱਚ ਸ਼ਿਸ਼ਟਾਚਾਰ ਬਹੁਤ ਜ਼ਿਆਦਾ। ਇਹ ਟੋਟਲ ਬਾਦਲ ਪਰਿਵਾਰ, ਜੇ ਆਪਾਂ ਗ੍ਰੈਂਡ ਬਾਦਲ ਫੈਮਿਲੀ ਦੇਖੀਏ ਨਾ, ਉਹਦੇ ਵਿੱਚ ਹੈ ਤੁਸੀਂ ਚਾਹੇ ਹਰਦੀਪਿੰਦਰ ਸਿੰਘ ਬਾਦਲ ਲੈ ਲਓ, ਮਹੇਸ਼ਿੰਦਰ ਸਿੰਘ ਬਾਦਲ ਲੈ ਲਓ, ਲਾਲੀ ਬਾਦਲ ਲੈ ਲਓ, ਸਰਬਜੀਤ ਲੈ ਲਓ, ਕਾਲ ਝਰਾਣੀ ਵਾਲੇ, ਇਹ ਸਾਰੇ ਜਿਹੜੇ ਹੈਗੇ ਆ ਜੋ ਮਰਜ਼ੀ ਹੈ ਰਾਜਨੀਤਿਕ ਤੌਰ ਤੇ ਕੋਈ ਕਿਤੇ ਵੀ ਰਹੇ, ਲੇਕਿਨ ਜਦੋਂ ਪਰਿਵਾਰ ਦੀ ਗੱਲ ਆ ਜਾਂਦੀ ਹੈ, ਪਰਿਵਾਰ ਦੀ ਗੱਲ ਦੇ ਵਿੱਚ ਉਹ ਹਮੇਸ਼ਾ ਮਤਲਬ ਜਿਹੜੇ ਵੱਡੇ ਬਾਦਲ ਨੂੰ ਤਰਜੀਹ ਦਿੰਦੇ, ਸਾਡੇ ਵੱਡੇ ਭਾਈ ਸਾਹਿਬ ਇਹ ਕਹਿੰਦੇ ਆ। ਸਰਦਾਰਨੀ ਮਰ ਗਈ, ਉਦੋਂ ਵੀ ਮੈਂ ਦੇਖਿਆ ਮਨਪ੍ਰੀਤ ਆਪਣੇ ਮਹੇਸ਼ਿੰਦਰ ਬਾਦਲ ਨੂੰ, ਤੇ ਜਦੋਂ ਬਾਦਲ ਸਾਹਿਬ ਦਾ ਤੁਹਾਡਾ ਚੂਲਾ ਟੁੱਟਿਆ ਤੇ ਹਰਦੀਪਿੰਦਰ ਸਿੰਘ ਬਾਦਲ ਮਿਲਣ ਵਾਸਤੇ ਆਉਂਦੇ, ਮਹੇਸ਼ਿੰਦਰ ਬਾਦਲ ਦੇ ਘਰ ਇਕੱਠੇ ਕਜ਼ਨੀ, ਕੁਦਰਤੀ ਅਸੀਂ ਵੀ ਗਏ ਸੀਗੇ, ਚਾਹ ਪਾਣੀ ਪੀ ਜਾਂਦੇ ਸੀ। ਉਹਨੇ ਕਿਹਾ ਵੀ ਬਾਦਲ ਸਾਹਿਬ ਦੇ ਸੱਟ ਵੱਜ ਗਈ, ਮਹੇਸ਼ ਜੀ ਤੁਸੀਂ ਪਤਾ ਕਰੋ, ਪੁੱਛ ਲਓ ਬਈ ਕਦੋਂ ਆਪਾਂ ਉਹਨਾਂ ਦੀ ਖਬਰ ਲੈ ਕੇ ਆਈਏ। ਉਹਨਾਂ ਨੇ ਫੋਨ ਕੀਤਾ, ਸਰਦਾਰਨੀ ਨੇ ਫੋਨ ਚੁੱਕਿਆ ਕਿਉਂਕਿ ਪਰਿਵਾਰਕ ਸੀ, ਵੀ ਦੱਸੋ ਜੀ ਕੀ ਹਾਲ ਹੈ ਬਾਈ ਜੀ ਦਾ, ਠੀਕ ਹੈ। ਕਹਿੰਦੇ ਮਿਲਣ ਆਉਣਾ ਜੀ, ਅਸੀਂ ਕਦੋਂ ਆਈਓ? ਕਹਿੰਦੀ ਭਾਈ ਜਦੋਂ ਮਰਜ਼ੀ ਆ ਜਾਓ। ਇਹ ਸੁਖਵੀਰ ਦੀ ਮਾਤਾ ਨੇ ਕਿਹਾ। ਕਹਿੰਦੇ ਜੀ ਕਈ ਵਾਰੀ ਡਾਕਟਰ ਰੋਕ ਦਿੰਦੇ ਨੇ, ਕੀ ਕਰੋ? ਕਹਿੰਦੇ ਵੀ ਲੋਕਾਂ ਵਾਸਤੇ ਹੈ, ਪਰਿਵਾਰ ਵਾਸਤੇ ਨਹੀਂ, ਤੁਸੀਂ ਆਓ। ਮਤਲਬ ਭਾਈ ਸਾਹਿਬ ਭਾਬੀ ਜੀ ਤੋਂ ਬਗੈਰ ਬੋਲਦੇ ਨਹੀਂ, ਉਹ ਸਤਿਕਾਰ ਕਰਦੇ, ਇਮੇਜ ਮੈਂ ਸਾਰੇ ਟੱਬਰ ਕਰਦੇ। ਇਹ ਮੇਰਾ ਖਿਆਲ ਹੈ ਵੀ ਸ਼ਿਸ਼ਟਾਚਾਰ ਜਿਹੜਾ ਹੈਗਾ ਉਹਦੀ ਜ਼ਿਆਦਾ ਇਹਦੇ ਚੋਂ ਪਰਛਾਵਾਂ ਮਿਲਦਾ। ਲੇਕਿਨ ਕਿਉਂਕਿ ਸਥਿਤੀ ਜਿੱਥੇ ਪਹੁੰਚ ਚੁੱਕੀ ਹੈ, ਕਿਉਂਕਿ ਦੋਨੋਂ ਵੱਡਾ ਤੇ ਛੋਟਾ ਬਾਦਲ ਦੇ ਹੁੰਦੇ ਆ, ਪਰਿਵਾਰ ਇਕੱਠਾ ਹੋ ਜਾਂਦਾ। ਹਾਂ, ਉਹ ਕੋਈ ਸੀਗਾ ਜੋੜਨ ਵਾਲਾ, ਉਹਨਾਂ ਦਾ ਜੋੜਨ ਵਾਲਾ ਸੀ। ਹੁਣ ਜਿਹੜੀ ਹੈ ਹੁਣ ਸਥਿਤੀ ਹੈ ਕਿ ਜਿੱਦਣ ਦਾਸ ਜੀ ਪੂਰੇ ਹੁੰਦੇ ਆ, ਦਾਸ ਜੀ ਆਖਰੀ ਸਾਹ ਲੈਂਦੇ, ਉਹ ਤੋਂ ਪਹਿਲਾਂ ਤੁਸੀਂ ਦੇਖੋ ਜਿਹੜਾ ਸ਼ਰਾਬ ਦੇ ਠੇਕਿਆਂ ਤੇ ਰੌਲਾ ਪਿਆ, ਕਰਨ ਅਵਤਾਰ ਸਿੰਘ ਨੂੰ ਤਾਂ ਡਿਫੈਂਡ ਕਰ ਰਿਹਾ ਸੀ ਸੁਖਵੀਰ ਸਿੰਘ ਬਾਦਲ ਕਿ ਅਫਸਰਾਂ ਦਾ ਕੋਈ ਕਸੂਰ ਨਹੀਂ, ਦਾਰੂ ਨਜਾਇਜ਼ ਵਿਕਦੀ ਹੈ, ਬਠਿੰਡੇ 'ਚ ਵਿਕਦੀ ਹੈ। ਕਿਵੇਂ ਕੀ ਆ? ਬਠਿੰਡੇ 'ਚ ਵਿਕਣ ਦਾ ਉਹਦੇ ਟਾਰਗੇਟ ਕੌਣ ਸੀ? ਹਾਲਾਂਕਿ ਸੁਖਵੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਪਤਾ ਸੀ ਕਿ ਮੇਰੇ ਚਾਚਾ ਸ਼੍ਰੀ ਉਹ ਕਿਸੇ ਵੇਲੇ ਵੀ ਪ੍ਰਾਣ ਤਿਆਗ ਸਕਦੇ, ਉਹ ਤਾਂ ਵੈਂਟੀਲੇਟਰ ਤੇ ਪਏ ਸੀਗੇ। ਔਰ ਉਸ ਵੇਲੇ ਬੰਦਾ ਬੋਲਣ ਤੋਂ ਥੋੜਾ ਜਿਹਾ ਝਿਜਕਦਾ, ਪਰ ਉਹਨੇ ਨਹੀਂ ਝਿਜਕਿਆ। ਉਹਨੇ ਕੀਤਾ। ਨੈਕਸਟ ਡੇ ਜਦੋਂ ਸੰਸਕਾਰ ਹੋਇਆ, ਉਸ ਵੇਲੇ ਕਾਨੀ ਵੀ ਲੱਗਿਆ ਸੀ, ਜੱਫੀ ਪਾ ਕੇ ਮਿਲੇ ਵੀ ਜਾ ਕੇ, ਸਾਰਾ ਕੁਛ। ਇਹ ਸ਼ਿਸ਼ਟਾਚਾਰ ਹੈ, ਪਰ ਮੇਰੇ ਖਿਆਲ ਮੁਤਾਬਕ ਰਾਜਨੀਤਿਕ ਤੌਰ ਤੇ ਅਜੇ ਨੇੜੇ ਆਉਣ ਦੇ ਕੋਈ ਚਾਂਸਸ ਨਹੀਂ। ਵੈਸੇ ਗੱਲ ਕੀਤੀ ਹੈ ਉਹਨਾਂ ਨੇ ਆਦੇਸ਼ ਪ੍ਰਤਾਪ ਦੀ ਵੀ ਕੀਤੀ ਹੈ। ਹੁਣ ਆਦੇਸ਼ ਪ੍ਰਤਾਪ ਦਾ ਵੀ ਆਪਾਂ ਨੂੰ ਪਤਾ ਹੀ ਹੈ, ਆਦੇਸ਼ ਪ੍ਰਤਾਪ ਦੀ ਵੀ ਸੀਟੀ ਜਿਹੜੀ ਹੈਗੀ ਹੈ ਜ਼ਿਆਦਾ ਮਨਪ੍ਰੀਤ ਨਾਲ ਹੀ ਰਲਦੀ ਹੈ। ਬਿਲਕੁਲ ਇੱਧਰ ਹੀ ਰਲਦੀ ਹੈ, ਦੂਜੇ ਪਾਸੇ ਨਹੀਂ ਰਲਦੀ ਜੀ। ਤੇ ਉਧਰ ਫਿਰ ਢਿੱਲੋਂ ਸਾਹਿਬ ਸੁਨੀਲ ਜਾਖੜ ਵੱਲੋਂ ਅਕਾਲੀਆਂ ਨੂੰ ਵੰਗਾਰ ਦਿੱਤੀ ਹੈ, ਸਿੱਧੀ ਚੁਣੌਤੀ ਦੇ ਦਿੱਤੀ ਹੈ। ਬਿਲਕੁਲ, ਕਈ ਵਾਰੀ ਹੈ ਨਾ ਜਿਹੜੇ ਸਪੋਕਸ ਪਰਸਨ ਹੁੰਦੇ ਆ ਉਹ ਸਥਿਤੀ ਨੂੰ ਨਹੀਂ ਦੇਖਦੇ ਹੁੰਦੇ, ਉਹ ਬਸ ਇੱਕੋ ਹੀ ਗੱਲ ਕਰਦੇ ਹੁੰਦੇ ਆ ਕਿ ਮਾਰੋ ਖਿੱਚ ਕੇ ਦਿਖਾੜਾ। ਹੁਣ ਵਿਰੋਧੀਆਂ ਤੇ ਆਪਾਂ ਇਲਜ਼ਾਮ ਲਾਈ ਚਲੋ। ਆਪਾਂ ਪਰਸੋਂ ਹੀ ਫੇਸਬੁੱਕ ਤੇ ਵੀ ਥੋੜੀ ਜੀ ਗੱਲ ਕੀਤੀ ਸੀ ਕਿ ਮਾਈਨਿੰਗ ਕਰਦੇ ਆ ਦਲਜੀਤ ਸਿੰਘ ਚੀਮੇ ਹੋਰੀ। ਉਹ ਮਾਈਨਿੰਗ, ਇਹਨਾਂ ਦੀ ਮਾਈਨਿੰਗ ਤਾਂ ਉਹਨਾਂ ਨੂੰ ਦਿਸੀ ਜਾਂਦੀ, ਜਿਹੜੇ ਆਪਦੇ ਵੇਲੇ ਏਡੇ ਸਾਰੇ ਦਾ ਸਾਰਾ ਪੰਜਾਬ ਹੀ ਪੱਟਦਾ ਸੀ, ਉਹ ਦਿਖਦੀ ਨਹੀਂ ਸੀ। ਹੁਣ ਉਹ ਚੀਜ਼ਾਂ ਜਦੋਂ ਆ ਜਾਂਦੀਆਂ, ਹੁਣ ਰਿਕਾਰਡ ਆ ਜਾਂਦੀਆਂ, ਰਿਕਾਰਡ ਤਾਂ ਪਿਆ ਜੋ ਰਿਕਾਰਡ ਤੇ ਆਉਂਦੀ। ਹੁਣ ਉਹ ਤੋਂ ਬਾਅਦ ਜਦੋਂ ਆਪਣੇ ਵਾਲਾ
ਕੀਤਾ ਹੈ ਆਪਾਂ ਪ੍ਰੋਗਰਾਮ, ਹਾਂਜੀ ਉਹ ਤੋਂ ਬਾਅਦ ਅਕਾਲੀ ਦਲ ਬੋਲੇ ਹੀ ਨਹੀਂ, ਹੂੰ ਕੁਛ ਕਹਿ ਤੱਕ ਨਹੀਂਗਾ, ਕਿਉਂਕਿ ਆਪਾਂ ਉਹ ਚਲਾ ਦਿੱਤੀ ਹੈ। ਚਲਾਤਾ ਉਦੋਂ ਵਾਲਾ ਸਾਰਾ ਕੁਝ। ਉਹ ਸਾਰਾ ਕੁਝ ਪੁਰਾਣਾ ਚਲਾਤਾ ਵੀ ਇਹ ਕੁਛ ਹੈ। ਇਦਾਂ ਹੀ ਜੇ ਅਸੀਂ ਦੇਖੀਏ ਤਾਂ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਦੀ ਆਰਥਿਕਤਾ ਜਿਹੜੀ ਹੈਗੀ ਹੈ, ਜੀ। ਪੰਜਾਬ ਦੀ ਖਾਸ ਕਰਕੇ ਜਿਹੜੀ ਸਰਕਾਰੀ ਆਰਥਿਕਤਾ ਹੈ, ਹੂੰ ਸਰਕਾਰੀ ਮਾਲੀਆ ਜਿਹੜਾ ਹੈ ਉਹ ਮੈਕਸਿਮਮ ਜੇ ਕਿਤੋਂ ਆਉਂਦਾ ਤਾਂ ਉਹ ਸ਼ਰਾਬ ਤੋਂ ਆਉਂਦਾ। ਸ਼ਰਾਬ ਤੋਂ ਆਉਂਦਾ ਜੀ। ਸ਼ਰਾਬ ਜਿਹੜੀ ਹੈਗੀ ਹੈ ਉਹ GST ਥੱਲੇ ਨਹੀਂ ਆਉਂਦੀ, ਹੂੰ ਉਹ ਸਿੱਧੀ ਸਟੇਟ ਗਵਰਨਮੈਂਟ ਥੱਲੇ ਹੈ। ਕੋਈ ਵੀ ਸਰਕਾਰ ਅੱਜ ਪੰਜਾਬ ਦੀ ਹਾਲਤ ਐਡੇ ਕੰਗਾਲਾਂ ਵਾਲੀ ਬਣ ਚੁੱਕੀ ਜੀ। ਹੈ ਕਿ ਕੋਈ ਵੀ ਸਰਕਾਰ ਸ਼ਰਾਬ ਤੋਂ ਬਗੈਰ ਇੱਥੋਂ ਆਪਣਾ ਕਾਰੋਬਾਰ ਨਹੀਂ ਨਹੀਂ ਚਲਾ ਚਲਾ ਸਕਦੀ। ਇਹ ਕਹਿਣ ਦੀਆਂ ਗੱਲਾਂ ਇਹ ਕਹਿੰਦੀ ਹੈ। ਹੁਣ ਉਹ ਸ਼ਰਾਬ ਜੀ ਦੇਖੋ ਜੀ, ਸ਼ਰਾਬ ਨਹੀਂ ਹੋਣੀ ਚਾਹੀਦੀ ਜੀ, ਸ਼ਰਾਬ ਉਹ ਕਰੀ ਜਾਂਦੇ ਦਲਜੀਤ ਸਿੰਘ ਚੀਮਾ ਹੋਰੀ, ਹੂੰ ਪਰ ਜਿਨ੍ਹਾਂ ਨੇ ਸਰਕਾਰ ਚਲਾਉਣੀ ਹੈ ਤਾਂ ਉਹਨਾਂ ਨੂੰ ਪਤਾ ਹੈ। ਹੂੰ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਕਿਹੜਾ ਨਹੀਂ ਚਲਾਈ। ਬਿਲਕੁਲ ਜੀ। ਹੁਣ ਕਈ ਵਾਰੀ ਇਹ ਵੀ ਕਹਿ ਦਿੰਦੇ ਆ, ਜਿਵੇਂ ਜਾਖੜ ਸਾਹਿਬ ਦੀ ਗੱਲ ਵੀ ਆ ਗਈ, ਹੂੰ ਉਹ ਕਹਿੰਦੇ ਜੀ ਠੇਕੇਦਾਰ ਬਾਹਰੋਂ ਕੌਣ ਲੈ ਕੇ ਆਏ? ਜੀ। ਕੋਈ ਚੱਡਿਆਂ ਦਾ ਨਾਂ ਲੈ ਦਿੰਦੇ ਹੈ, ਕੋਈ ਕਿਹਦਾ? ਕੋਈ ਇਹਨਾਂ ਦਾ ਮਲਹੋਤਰੇ ਦਾ ਲੈ ਮਲਹੋਤਰੇ ਦਾ ਨਾਂ ਲੈ ਦਿੰਦੇ। ਪਰ ਜੇ ਹੁਣ ਆਪਾਂ ਦੇਖੀਏ ਮੂਰਤੀਆਂ ਆਈਆਂ ਕਦੋਂ ਸੀ? ਉਹ ਤਾਂ ਇਹਨਾਂ ਦੀ। ਜੇ ਆਪਾਂ ਦੇਖੀਏ ਪੌਂਟੀ ਚੱਡਾ ਕਿਸ ਦੌਰ ਦੇ ਵਿੱਚ ਆਇਆ ਸੀ? ਜਦੋਂ ਇੱਥੇ ਅਕਾਲੀ ਸਰਕਾਰ ਅਕਾਲੀ ਪਹਿਲੀ ਅਕਾਲੀ ਸਰਕਾਰ। ਪਹਿਲੀ ਸਰਕਾਰ ਇਹਨਾਂ ਤੋਂ 1997 97 ਵਾਲੀ। ਔਰ ਉਦੋਂ ਐਕਸਾਈਜ਼ ਮਿਨਿਸਟਰ ਕੌਣ ਸੀ? ਆਦੇਸ਼ ਪ੍ਰਤਾਪ ਸਿੰਘ ਕਹਿ ਕੈਰੋਂ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੌਂਟੀ ਚੱਡੇ ਨੂੰ ਲੈ ਕੇ ਆਇਆ ਸੀਗਾ ਤੇ ਜਿਹੜੇ ਸਿੰਗਲ ਠੇਕੇ ਸੀ ਜੀ। ਉਹਨਾਂ ਦੀ ਥਾਂ ਦੇ ਉੱਤੇ ਜ਼ਿਲ੍ਹਿਆਂ ਦੇ ਗਰੁੱਪ ਬਣਾ ਕੇ ਵੇਚੇ ਸੀ। ਹੂੰ ਤੇ ਫਿਰ ਦੀਪ ਮਲਹੋਤਰੇ ਨੂੰ ਤਾਂ ਟਿਕਟ ਵੀ ਦਿੱਤੀ, ਬਿਲਕੁਲ। ਨਾਲੇ ਉਹਨੂੰ ਕਿਹਾ ਤੂੰ ਦਾਰੂ ਦਾ ਕੰਮ ਸੰਭਾਲ ਤੇ ਨਾਲੇ ਤੁਸੀਂ ਟਿਕਟ ਵੀ ਲਓ। ਹੂੰ ਤੇ ਫਿਰ ਤੁਹਾਨੂੰ ਇਹ ਵੀ ਪਤਾ ਵੀ ਦੀਪ ਮਲਹੋਤਰਾ ਨੂੰ ਫੈਕਟਰੀਆਂ ਲਾਉਣ ਦੇ ਲਾਇਸੈਂਸ ਵੀ ਦੇ ਦਿੱਤੇ। ਕਿਹਨੇ ਦਿੱਤੇ ਸੀ? ਕਿਹੜੀ ਸਰਕਾਰ ਦੇ ਵਿੱਚ ਦਿੱਤੇ ਗਏ? ਜਿੰਨੀਆਂ ਫੈਕਟਰੀਆਂ ਦੀ ਹੁਣ ਨਜਾਇਜ਼ ਵਿਕਦੀ ਹੈ, ਜਿਹੜੇ ਪਾਣੀ ਗੰਦਾ ਵਿੱਚ ਧਰਤੀਆਂ 'ਚ ਪਾਈ ਜਾਂਦੇ। ਧਰਤੀ ਉਹ ਸਾਰਾ ਇਹ ਕਿੱਥੋਂ ਆਇਆ ਸੀ? ਸਾਰਾ ਕੁਝ ਚੱਲਦਾ ਤਾਂ ਉੱਥੋਂ ਹੀ ਸੀ। ਜੀ। ਹੁਣ ਇਹ ਜਦੋਂ ਸਾਰਾ ਕੁਝ ਕਰੀ ਤਾਂ ਫਿਰ ਜਾਖੜ ਸਾਹਿਬ ਅੱਜ ਮਤਲਬ ਜਿਵੇਂ ਕਹਿੰਦੇ ਆ ਭਰਿਆ ਪੀਤਾ ਬੰਦਾ ਜਦੋਂ ਫਿਰ ਬੇਕਾਬੂ ਹੁੰਦਾ ਜੀ। ਅੱਜ ਉਹਨਾਂ ਨੇ ਕਹਿਤਾ ਯਾਰ ਵੀ ਤੁਸੀਂ ਐਵੇਂ ਨਾ ਕਹੀ ਆਓ, ਸ਼ਰਾਬ ਤੋਂ ਪੈਸਾ ਇਕੱਠਾ ਕਰਦੇ, ਐਂ ਕਰੋ ਵਿਧਾਨ ਸਭਾ ਦੇ ਵਿੱਚ ਇੱਕ ਰੈਜੂਲੇਸ਼ਨ ਲੈ ਆਓ। ਜੀ। ਕਿਉਂਕਿ ਵੈਸੇ ਤਾਂ ਰੈਜੂਲੇਸ਼ਨ ਆਮ ਤੌਰ ਤੇ ਆਪਾਂ ਦੇਖਦੇ ਸਰਕਾਰ ਲਿਆਉਂਦੀ ਹੁੰਦੀ ਹੈ ਹੂੰ ਆਪਣੇ ਜਿਹੜੇ ਸਰਕਾਰੀ ਕਾਰੋਬਾਰਾਂ ਵਾਸਤੇ। ਜੀ। ਲੇਕਿਨ ਕਈ ਵਾਰੀ ਪ੍ਰਾਈਵੇਟ ਮੈਂਬਰ ਵੀ ਆਪਣਾ ਰੈਜੂਲੇਸ਼ਨ ਲੈ ਪ੍ਰਾਈਵੇਟ ਰੈਜੂਲੇਸ਼ਨ ਲੈ ਆਉਂਦੇ, ਕੋਈ ਵੀ ਮੈਂਬਰ ਲੈ ਸਕਦਾ। ਉਹਨੇ ਚੁਣੌਤੀ ਦੇ ਦਿੱਤੀ ਵੀ ਤੁਸੀਂ ਅੱਗੇ ਵਿਧਾਨ ਸਭਾ ਦਾ ਸੈਸ਼ਨ ਆਊਗਾ, ਤੁਸੀਂ ਲੈ ਆਓ ਵੀ ਅਸੀਂ ਸ਼ਰਾਬਬੰਦੀ ਕਰਦੇ ਹਾਂ। ਤੇ ਕਰਦੇ ਹਾਂ ਅਸੀਂ ਦਾ ਜੁਰਤ ਦਿਖਾਓ। ਇੱਥੇ ਹੁਣ ਜੁਰਤ ਦਿਖਾਈ ਨਹੀਂ ਜਾਣੀ। ਦੇਖਦੇ ਆਪਾਂ ਵੀ ਕਿ ਜੇ ਤਾਂ ਚੁਣੌਤੀ ਦਿੱਤੀ ਸਟੇਟ ਪ੍ਰੈਜ਼ੀਡੈਂਟ ਨੇ ਦਿੱਤੀ ਹੈ। ਨਹੀਂ, ਉਹ ਅੱਜ ਬਿਆਨ ਜਿਹਾ ਤਾਂ ਆਇਆ ਥੋੜਾ ਜਿਹਾ ਵੀ ਆਏ ਆ ਤੁਸੀਂ ਆਏ ਚਲਾਉਣੇ ਹੋ, ਮੈਨੂੰ ਟਾਈਮ ਨਹੀਂ ਮਿਲਿਆ। 1.5 ਮਿੰਟ ਦਾ ਬਿਆਨ ਜਿਹੜਾ ਹੈਗਾ ਉਹ ਦਲਜੀਤ ਸਿੰਘ ਚੀਮਾ ਦਾ ਆਇਆ ਜੀ। ਜੇ ਆਪਾਂ ਉਹਨੂੰ ਚਲਾ ਹੀ ਦਈਏ ਵੇਖ ਕੇ ਤੇ ਆਪਾਂ ਨੂੰ ਪਤਾ ਹੀ ਲੱਗ ਜੂਗਾ ਵੀ ਕੀ ਹੈ ਚੁਣੌਤੀ ਦੇ ਉੱਤੇ, ਕਿਉਂਕਿ ਮੇਰੇ ਕੋਲੇ ਪਹੁੰਚਿਆ ਹੁਣੇ ਹੀ ਹੈ, ਮੈਂ ਕੋਈ ਲੰਮਾ ਨਹੀਂ ਹੈ ਇਹ ਬਿਆਨ। ਤੇ ਹੁਣ ਗੱਲਾਂ ਉਹੀ ਆ ਜਾਂਦੀਆਂ ਜੀ ਵੀ ਜਿਵੇਂ ਆਪਾਂ ਪਹਿਲਾਂ ਮਾਈਨਿੰਗ ਦੀ ਗੱਲ ਕਹੀ ਹੈ, ਮਾਈਨਿੰਗ ਦੀ ਗੱਲ ਦੇ ਵੇਲੇ ਫਿਰ ਉਦੋਂ ਚੁੱਪ ਜਿਹੜਾ ਹੈਗਾ ਆਪਣਾ ਕਰਨਾ ਪਿਆ ਜਦੋਂ ਆਪਾਂ ਸਾਰਾ ਕੁਝ ਦਿਖਾਇਆ ਜੀ। ਦੇਖੋ, ਮੈਨੂੰ ਜਾਖੜ ਸਾਹਿਬ ਦੀ ਗੱਲ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਔਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਾਖੜ ਸਾਹਿਬ ਇਸ ਤਰੀਕੇ ਪਾਪ ਨਹੀਂ ਧੋਤੇ ਜਾ ਸਕਦੇ। ਤੁਸੀਂ ਉਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਜਿਹਦੇ ਉੱਤੇ ਐਲੀਗੇਸ਼ਨ ਹੈ ਕਿ ਲਾਕਡਾਊਨ ਦੇ ਦੌਰਾਨ ਲੋਕਾਂ ਨੂੰ ਰਾਸ਼ਨ ਦੇਣ ਦੀ ਬਜਾਏ ਜਿਸ ਪਾਰਟੀ ਨੇ ਬਲੈਕ ਦੇ ਵਿੱਚ ਘਰੋਂ ਘਰੀ ਸ਼ਰਾਬ ਪੀਤੀ, ਤੁਸੀਂ ਉਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਜਿਸ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਲਾਕਡਾਊਨ ਦੇ ਵਿੱਚ ਇੱਕੋ ਹੀ ਗੱਲ ਦੇ ਉੱਤੇ ਜ਼ੋਰ ਰੱਖਿਆ ਕਿ ਕਿਸੇ ਤਰੀਕੇ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ। ਤੁਸੀਂ ਉਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਜਿਹਦੇ ਅਫਸਰਾਂ ਨੇ ਇਹ ਹੁਕਮ ਜਾਰੀ ਕੀਤੇ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੋਮ ਡਿਲੀਵਰੀ ਦੀ ਜਿਹੜੀ ਹੈ ਉਹ ਅਨਾਉਂਸਮੈਂਟ ਧਾਰਮਿਕ ਸਥਾਨਾਂ ਤੋਂ ਕੀਤੀ ਜਾਵੇ। ਤੁਸੀਂ ਉਸ ਪਾਰਟੀ ਦੇ ਪ੍ਰਧਾਨ ਹੋ ਜਿਸ ਪਾਰਟੀ ਨੇ ਅਧਿਆਪਕਾਂ ਦੀਆਂ ਡਿਊਟੀਆਂ ਜਿਹੜੀਆਂ ਉਹ ਵੀ ਸ਼ਰਾਬ ਦੀਆਂ ਫੈਕਟਰੀਆਂ ਦੇ ਵਿੱਚ ਲਾ ਦਿੱਤੀਆਂ। 5500 ਕਰੋੜ ਦਾ ਸਕੈਂਡਲ ਹੋਇਆ। ਤੁਹਾਨੂੰ ਜਵਾਬ ਮੰਗਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਤੋਂ ਕਿ ਜਾਂ ਤਾਂ CBI ਦੀ ਇਨਕੁਆਇਰੀ ਕਰਾਓ ਜਾਂ ਸੁਪਰੀਮ ਕੋਰਟ ਦੀ ਜਾਂਚ ਕਰਾਓ, ਕਿਉਂਕਿ ਇਹ ਤੁਹਾਡੀ ਪਾਰਟੀ ਦੀ ਵੀ ਬਦਨਾਮੀ ਹੋਈ। ਔਰ ਤੁਸੀਂ ਪਰਦੇ ਪਾਉਣ ਵਾਸਤੇ ਇਹ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕਿ ਅਸੀਂ ਇਹ ਬੰਦ ਕਰ ਦਿੰਦੇ ਹਾਂ, ਅਸੀਂ ਇਹ ਕਰ ਦਿੰਦੇ। ਤੁਸੀਂ ਚੋਰੀ ਬੰਦ ਕਰ ਦਿਓ ਪਹਿਲਾਂ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਅਗਲੀ ਗੱਲ ਕਰਾਂਗੇ ਜੀ। ਢਿੱਲੋਂ ਸਾਹਿਬ, ਵੈਸੇ ਗੱਲ ਇਹ ਹੈ ਕਿ ਸਾਰਾ ਕੁਝ ਇਹਨਾਂ ਨੇ ਕਹਿਤਾ ਵੀ ਜਾਖੜ ਸਾਹਿਬ ਇਹ ਦੱਸਣ ਤੁਹਾਡੇ
ਰਾਜ ਦੇ ਵਿੱਚ ਕਹਿੰਦੇ ਵੀ ਉਹ ਸ਼ਰਾਬ ਦੀ ਜੀ ਬਲੈਕ ਹੁੰਦੀ ਸੀ। ਹੂੰ ਇਹ ਤੁਹਾਡੇ ਪ੍ਰਧਾਨ ਨੇ ਤਾਂ ਇਹ ਤਾਂ ਕਹੀ ਨਹੀਂ। ਕਹੀ ਨਹੀਂ। ਤੁਹਾਡਾ ਪ੍ਰਧਾਨ ਤਾਂ ਕਹਿ ਰਿਹਾ ਵੀ ਕਰਨ ਅਵਤਾਰ ਸਿੰਘ ਹੋਰਾਂ ਦਾ ਅਫਸਰਾਂ ਦਾ ਕੰਮ ਬਹੁਤ ਸ਼ਾਨਦਾਰ। ਬਹੁਤ ਸ਼ਾਨਦਾਰ ਹੈ। ਕਾਂਗਰਸੀ ਕਹਿ ਰਹੇ ਵੀ ਅਫਸਰ ਲੁੱਟ ਕੇ ਖਾ ਗਏ। ਜੀ। ਰਾਜਾ ਵੜਿੰਗ ਤਾਂ ਡਾਕੂਮੈਂਟਸ ਦੇ ਹੀ ਜਾਂਦੇ ਹੂੰ ਕਿ ਕਰਨ ਅਵਤਾਰ ਸਿੰਘ ਦੇ ਮੁੰਡੇ ਦੇ ਹਿੱਸੇ ਪੱਤੀਆਂ ਕਪੂਰਥਲੇ ਵਾਲੀ ਫੈਕਟਰੀ 'ਚ। ਉਹ ਕਹਿ ਰਿਹਾ, ਤੁਸੀਂ ਕਹਿੰਦੇ ਨਹੀਂ ਉਹਨਾਂ ਦਾ ਕੋਈ ਨਹੀਂ ਹੈ, ਹੂੰ ਸਾਰਾ ਕੁਝ ਉਹਦੇ ਤੇ। ਇਹ ਗੱਲ ਜਾਂਦੀ ਕਿੱਧਰ ਨੂੰ ਹੈ? ਜੀ। ਚਲੋ ਜੇ ਆਪਾਂ ਹੁਣ ਕਹਿੰਦੇ ਵੀ ਸ਼ਰਾਬ ਵੇਚਣ ਦੀ ਗੱਲ ਕੀਤੀ, ਹੂੰ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਕਿ ਪੰਜਾਬ ਦੀ ਆਰਥਿਕਤਾ ਬਗੈਰ ਸ਼ਰਾਬ ਤੋਂ ਚੱਲ ਹੀ ਨਹੀਂ ਸਕਦੀ। ਕਈ ਸੂਬੇ ਚਲੋ ਨਹੀਂ ਚੱਲ ਸਕਦੇ। ਉਹਨਾਂ ਨੇ ਤਾਂ ਹੁਣ ਕਹਿਤਾ ਸਾਨੂੰ ਜੀ ਇਜਾਜ਼ਤ ਦੇ ਦਿਓ, ਪ੍ਰਧਾਨ ਮੰਤਰੀ ਤੋਂ ਇਜਾਜ਼ਤ ਮੰਗੀ ਗਈ ਹੈ। ਹੂੰ ਤੇ ਫਿਰ ਜਾਖੜ ਸਾਹਿਬ ਵਾਲੀ ਗੱਲ ਤੁਸੀਂ ਪਿਛਲੀ ਵਾਰੀ ਕਿਉਂ ਨਹੀਂ ਬੰਦ ਕਰਤੀ? ਜੀ। 10 ਸਾਲ ਸਰਕਾਰ ਥੋੜੀ ਰਹੀ ਹੈ ਵੀ ਅਸੀਂ ਨਹੀਂ ਜੀ ਸ਼ਰਾਬ ਦਾ ਕੰਮ ਕਰਦੇ। ਹੂੰ ਅਕਾਲੀ ਦਲ ਤਾਂ ਪੰਥਕ ਪਾਰਟੀ ਹੈ। ਇਹਨਾਂ ਦਾ ਤਾਂ ਪਹਿਲਾਂ ਫਰਜ਼ ਬਣਦੀ, ਧਾਰਮਿਕ ਪਾਰਟੀ ਹੈ, ਪੰਥਕ ਪਾਰਟੀ ਹੈ। ਤੁਸੀਂ ਇਹਦੇ ਤੇ ਔਰ ਇਹਦੇ ਤੇ ਜਿਹੜੀ ਗੱਲ ਦਾ ਜਵਾਬ ਦੇਣਾ ਚਾਹੀਦਾ ਜੀ, ਪਹਿਲਾਂ ਚੋਰੀ ਦੀ ਗੱਲ ਕਰੋ। ਜਾਖੜ ਸਾਹਿਬ ਚੋਰੀ ਦੀ ਗੱਲ ਕਿਉਂ ਕਹਿੰਦਾ? ਆਪਾਂ ਬੰਦ ਹੀ ਕਰਦੇ, ਤੁਸੀਂ ਰੈਜੂਲੇਸ਼ਨ ਲੈ ਤੇ ਆਪਾਂ ਸਾਰੇ ਕੰਮ ਹੀ ਨਿਬੇੜ ਦਿੰਨੇ। ਨਾ ਮਤਲਬ ਰਾਧਾ ਆਪਣਾ ਨੋਮਨ ਤੇਲ ਹੋਵੇ ਤੇ ਨਾ ਰਾਧਾ ਨੱਚੇ। ਉਹ ਕਹਿੰਦੇ ਜੀ ਤੁਸੀਂ ਚੋਰੀ ਬੰਦ ਕਰ ਦਿਓ। ਚੋਰੀ ਨਾ ਤੁਹਾਡੇ ਵੇਲੇ ਬੰਦ ਹੋਈ ਹੈ, ਨਾ ਹੁਣ ਬੰਦ ਹੋਵੇ, ਨਾ ਗਾਹ ਨੂੰ ਹੋਵੇ। ਜਿੰਨੀ ਦੇਰ ਤੱਕ ਇਹ ਕੰਮ ਚੱਲਦਾ ਰਹੂ, ਕਿਉਂਕਿ ਬੇਸਡ ਹੀ ਸਾਰਾ ਚੋਰੀ ਤੇ ਪੈਸੇ ਤੇ। ਬਿਲਕੁਲ। ਇਹ ਤਾਂ ਤੁਹਾਡੀ ਉਹ ਜਿਹੜੀ ਚੰਤੀ ਵਾਲੀ ਤੇ ਕੀ ਕਹਿੰਦੇ ਆ, ਆਪਣੀ ਕੀ ਕਹਿੰਦੇ ਆ ਕੋਟੇ ਵਾਲੀ, ਉਹੀ ਬਹੁਤ ਵੱਡੀ ਚੋਰੀ ਹੈ। ਅਸਲ ਉਹੀ ਚੀਜ਼ ਹੈ, ਉਹੀ ਚੀਜ਼ ਹੈ। ਤੇ ਉਧਰ ਢਿੱਲੋਂ ਸਾਹਿਬ ਸੋਨੀਆ ਗਾਂਧੀ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਜੀ। ਹਾਂ, ਸੋਨੀਆ ਗਾਂਧੀ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਇਆ, ਉਹਦਾ ਕਾਰਨ ਇਹ ਹੈ ਕਿ ਇੱਕ ਵਿਅਕਤੀ ਨੇ ਕਾਂਗਰਸ ਪਾਰਟੀ ਦਾ ਜਿਹੜਾ ਟਵਿੱਟਰ ਹੈਂਡਲ ਹੈ ਉਹਦੇ ਉੱਤੇ ਪਾਤਾ। ਅੱਛਾ ਜੀ। ਪਾਇਆ ਕਿ ਪ੍ਰਾਈਮ ਮਿਨਿਸਟਰ ਕੇਅਰਸ ਫੰਡ ਹੈ ਨਾ ਜਿਹੜਾ, ਇਹ ਅਸਲ ਦੇ ਵਿੱਚ ਲੋਕਾਂ ਦੀ ਕੇਅਰ ਵਾਸਤੇ ਨਹੀਂ ਜੀ। ਕਹਿੰਦੇ ਤਾਂ ਪ੍ਰਾਈਮ ਮਿਨਿਸਟਰ ਦੀ ਕੇਅਰ ਵਾਸਤੇ ਹੈ। ਠੀਕ ਹੈ ਜੀ। ਬਾਹਰ ਬੂਰ ਨੂੰ ਜਾਣਾ ਹੁੰਦਾ, ਜਹਾਜ਼ ਹੂਜ ਭਜਾਉਣੇ ਹੁੰਦੇ ਆ, ਉਹਦੇ ਵਾਸਤੇ ਜੀ। ਔਰ ਇਹ ਉਹਨੇ ਪਾਤਾ, ਕਿਸੇ ਸੱਜਣ ਨੇ ਪੜ੍ਹ ਲਿਆ, ਵਕੀਲ ਸਾਹਿਬ ਹੈ ਕਰਨਾਟਕਾ ਦੇ, ਪੜ੍ਹ ਕੇ ਉਹਨਾਂ ਨੇ ਕਿਹਾ ਜੀ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ, ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਬਦਨਾਮ ਕਰਤਾ। ਔਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਕਹਿੰਦੇ ਜੀ ਕਾਂਗਰਸ ਦੀ ਪ੍ਰੈਜ਼ੀਡੈਂਟ ਜਿਹੜੀ ਹੈ ਸੋਨੀਆ ਗਾਂਧੀ ਹੈ। ਸੋਨੀਆ ਗਾਂਧੀ ਹੈਂਡਲਰ ਹੈ ਜੀ ਟਵਿੱਟਰ ਦੀ। ਇਸ ਵਾਸਤੇ ਰਿਸਪੌਂਸੀਬਲ ਹੋਇਆ ਤੇ ਪਰਚਾ ਉਹਦੇ ਖਿਲਾਫ ਹੋਣਾ ਚਾਹੀਦਾ ਜੀ। ਹੁਣ ਇੰਨੀ ਕੁ ਗੱਲ ਤਾਂ ਕਹਿਤੀ ਉਹਨੇ ਕਿ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ, ਪ੍ਰਾਈਮ ਮਿਨਿਸਟਰ ਨੂੰ ਬਦਨਾਮ ਕੀਤਾ। ਕਾਹਦੇ ਵਾਸਤੇ ਕੀਤਾ? ਕਿਉਂਕਿ ਇਹ ਕਹਿਤਾ ਉਹਨੇ, ਜਿਹਨੇ ਵੀ ਟਵਿੱਟਰ ਤੇ ਟਵੀਟ ਕੀਤਾ ਹੈ ਜੀ, ਕਿ ਪ੍ਰਾਈਮ ਮਿਨਿਸਟਰ ਸਾਹਿਬ ਦੀ ਖਾਤਰ ਇਹ ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਫੰਡ ਹੈ ਜਿਹੜਾ, ਇਹ ਲੋਕਾਂ ਵਾਸਤੇ ਨਹੀਂ। ਪਰ ਜਿਹਨੂੰ ਉਹਨੇ ਅਗਲੀ ਗੱਲ ਕਹੀ ਹੈ ਉਹ ਕਿਉਂ ਨਹੀਂ ਕੋਈ ਦੱਸੀ ਜੀ? ਅਗਲੀ ਗੱਲ ਉਹਨੇ ਇਹ ਗੱਲ ਕਹੀ ਹੈ ਕਿ ਜੇ ਇਹ ਫੰਡ ਸੱਚਮੁੱਚ ਲੋਕਾਂ ਵਾਸਤੇ ਹੁੰਦਾ ਤਾਂ ਫਿਰ ਜਿਹੜੇ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਸੜਕਾਂ ਦੇ ਉੱਤੇ ਜ਼ਿਆਦਾ ਤੁਰੇ ਜਾ ਰਹੇ ਹੈ ਜੀ, ਜਿਹੜੇ ਲੋਕ ਟਰੱਕਾਂ ਥੱਲੇ ਆ ਰਹੇ ਆ, ਜਿਹੜੇ ਰੇਲਾਂ ਥੱਲੇ ਆਈ ਜਾਂਦੇ ਹੈ, ਜਿਹੜੇ ਲੋਕਾਂ ਦੇ ਪੈਰ ਜਿਹੜੇ ਹੈ ਫਟ ਗਏ ਹੈ ਜੀ, ਖੂਨ ਉਹਨਾਂ ਦੇ ਵਿੱਚੋਂ ਚੋ ਰਿਹਾ ਹੈ, ਬੱਚੀਆਂ ਮਰ ਰਹੀਆਂ, ਬੱਚੇ ਮਰ ਰਹੇ, ਇੰਨੀ ਬੁਰੀ ਹਾਲਤ ਹੈ ਜੀ। ਜੇ ਸੱਚਮੁੱਚ ਹੀ ਪ੍ਰਾਈਮ ਮਿਨਿਸਟਰ ਸਾਹਿਬ ਕੇਅਰ ਕਰਦੇ ਹੁੰਦੇ, PM ਕੇਅਰਸ ਹੁੰਦਾ ਜੀ, ਤਾਂ ਇਹ ਕੇਅਰ ਫਿਰ ਉਹਨਾਂ ਤੇ ਹੋਣੀ ਸੀ, ਪੈਸਾ ਉੱਥੇ ਦਿੱਤਾ ਜਾਣਾ ਚਾਹੀਦਾ ਸੀ। ਇਹ ਗੱਲ ਨਹੀਂ ਪੜੀ ਜੀ। ਹੁਣ ਕਰਨਾਟਕਾ ਦੇ ਵਿੱਚ ਤੁਹਾਨੂੰ ਪਤਾ ਹੁਕੂਮਤ ਕਿਹਦੀ ਹੈ। ਕਰਨਾਟਕਾ ਦੇ ਵਿੱਚ ਜਿਹੜੀ ਚੋਣ ਹੋਈ ਹੈ, ਚੋਣ ਦੇ ਵਿੱਚ ਉੱਥੇ ਬਹੁਮਤ ਨਹੀਂ ਮਿਲਿਆ ਭਾਰਤੀ ਜਨਤਾ ਪਾਰਟੀ ਨੂੰ ਜੀ। ਪਹਿਲਾਂ ਵੀ ਆਪੋਜੀਸ਼ਨ ਸੀ, ਫਿਰ ਉਹ ਆਪੋਜੀਸ਼ਨ 'ਚ ਰਹਿ ਗਈ। ਜਨਤਾ ਦਲ ਸੈਕੂਲਰ ਜੀ ਤੇ ਕਾਂਗਰਸ ਪਾਰਟੀ ਨੇ ਮਿਲ ਕੇ ਉੱਥੇ ਸਰਕਾਰ ਬਣਾ ਲਈ ਸੀ। ਹਾਂਜੀ। ਤੇ ਫਿਰ ਜਿਹਦਾ ਤੁਹਾਨੂੰ ਪਤਾ ਵੀ ਤਕੜੇ ਦਾ 70 ਵੀ 100 ਜੀ, ਜਿਹਦੇ ਕੋਲ ਕੇਂਦਰ ਦੀ ਸਰਕਾਰ ਹੁੰਦੀ ਹੈ, ਕੇਂਦਰ ਦੀ ਸਰਕਾਰ ਦੀ ਫਿਰ ਐਨ ਪੂਰੀ ਤਾਕਤ ਦੀ ਵਰਤੋਂ ਕਰਕੇ ਜੀ ਉੱਥੇ ਦਲ ਬਦਲੀ ਕਰਾਈ ਗਈ। ਦਲ ਬਦਲੀ ਕਰਵਾ ਕੇ ਉੱਥੇ ਰਸਤਾ ਕਲੀਅਰ ਕੀਤਾ ਗਿਆ ਤੇ ਜੈਦੂਰਪਾ ਸਾਹਿਬ ਨੂੰ ਮੁੱਖ ਮੰਤਰੀ ਬਣਾਤਾ ਜੀ। ਹੁਣ ਇਹ ਕਿ ਜਦੋਂ ਆਪਾਂ ਪ੍ਰਾਈਮ ਮਿਨਿਸਟਰ ਦੀ ਕਿਸੇ ਵੀ ਤਕਰੀਰ ਨੂੰ ਸੁਣਦੇ ਹਾਂ ਜੀ, ਉਸ ਤਕਰੀਰ ਦੇ ਵਿੱਚੋਂ 2-3 ਚੀਜ਼ਾਂ ਆਉਂਦੀਆਂ। ਇੱਕ ਨਹਿਰੂ, ਇੱਕ ਗਾਂਧੀ ਫੈਮਿਲੀ ਜੀ। ਕਾਂਗਰਸ ਪਾਰਟੀ ਨੂੰ ਨਾ ਮਾੜਾ ਨਹੀਂ ਕਹਿੰਦੇ, ਇਹਨਾਂ ਨਹਿਰੂ ਨੂੰ ਕਹਿੰਦੇ। ਸਰਦਾਰ ਪਟੇਲ ਵੀ ਕਾਂਗਰਸ ਪਾਰਟੀ ਸੀ ਜੀ। ਉਹਦੀ 3000 ਕਰੋੜ ਰੁਪਏ ਦੀ ਮੂਰਤੀ ਲਾਤੀ। ਮਹਾਤਮਾ ਗਾਂਧੀ ਤਾਂ ਕਾਂਗਰਸ ਪਾਰਟੀ ਦਾ ਸਰਪ੍ਰਸਤ ਸੀਗਾ ਜੀ। ਔਰ ਮਹਾਤਮਾ ਗਾਂਧੀ ਦੇ ਨਾਂ ਦੇ ਉੱਤੇ ਸਵੱਛ ਭਾਰਤ ਦੀ ਯੋਜਨਾ ਵੀ ਚਲਾਤੀ। ਸਵਾਲ ਵੱਡਾ ਇਹ ਪੈਦਾ ਹੁੰਦਾ ਹੈ ਵੀ ਇਹ ਨਹਿਰੂ ਤੇ ਸੋਨੀਆ ਕਿਉਂ ਦੁਖਦੀ ਹੈ ਜੀ। ਅਸਲ ਦੇ ਵਿੱਚ ਐਟ ਪ੍ਰੈਜ਼ੈਂਟ ਜਿਹੜਾ ਹੈਗਾ ਉਹਨਾਂ ਦਾ ਮੁਕਾਬਲਾ ਉਹ ਹੈ ਹੀ ਇਹਨਾਂ ਦੇ ਨਾਲ। ਭਾਵੇਂ ਆਪਾਂ ਨੂੰ ਪਤਾ ਵੀ ਨਹਿਰੂ ਖਾਨਦਾਨ ਬਹੁਤ ਕਮਜ਼ੋਰ ਪੈ ਗਿਆ, ਕਾਂਗਰਸ ਪਾਰਟੀ ਬਹੁਤ ਕਮਜ਼ੋਰ ਪੈ ਗਈ ਹੈ, ਲੇਕਿਨ ਜਿਹੜਾ ਮੋਦੀ ਸਾਹਿਬ, ਅਮਿਤ ਸ਼ਾਹ ਜੀ ਕਹਿੰਦੇ ਆ ਕਿ ਸਾਨੂੰ ਕਾਂਗਰਸ ਮੁਕਤ ਭਾਰਤ ਬਣਾਉਣਾ ਹੈ,
ਉਹ ਕਾਂਗਰਸ ਮੁਕਤ ਨਹੀਂ, ਉਹ ਅਸਲ ਦੇ ਵਿੱਚ ਨਹਿਰੂ ਤੇ ਸੋਨੀਆ ਮੁਕਤ ਭਾਰਤ ਬਣਾਉਣਾ। ਇਸ ਕਰਕੇ ਜਦੋਂ ਉਹਨਾਂ ਨੂੰ ਕੋਈ ਨਾ ਕੋਈ ਮਿਲ ਜਾਂਦਾ ਬਹਾਨਾ, ਚੱਲੀ ਜੀ। ਆਹ ਪਰਚਾ ਦੇ ਦਿਓ, ਇਹਦੇ ਖਿਲਾਫ ਪਰਚਾ ਦੇ ਦਿਓ, ਪਰਚਾ ਦੇਤਾ। ਹੂੰ ਪਰਚਾ ਪਹਿਲਾਂ ਸੋਨੀਆ ਦੇ ਜਵਾਈ ਤੇ ਵੀ ਦਿੰਦੇ ਫਿਰਦੇ ਐ, ਸਾਰਿਆਂ ਤੇ ਦਿੰਦੇ ਫਿਰਦੇ ਐ। ਸਿਆਸਤਦਾਨ ਨੂੰ ਪਰਚਾ ਜਿਹੜਾ ਜਿਵੇਂ ਘਿਓ ਲੱਗਦਾ ਹੁੰਦਾ ਨਾ ਪਹਿਲਵਾਨ ਜੀ। ਨੂੰ, ਉਹਨੂੰ ਤਾਂ ਪਰਚਾ ਇਉਂ ਲੱਗਦਾ। ਹਾਂਜੀ। ਮੇਰੇ ਯਾਦ ਹੈ ਆਪਾਂ ਉਹ ਮਾੜਾ ਟਾਈਮ ਦੇਖਿਆ ਪੰਜਾਬ ਦੇ ਵਿੱਚ, ਜਦੋਂ ਲੀਡਰਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਜੀ ਜੀ। ਤੇ ਲੀਡਰ ਭੱਜ ਕੇ ਪੁਲਿਸ ਵਾਲਿਆਂ ਦੀਆਂ ਮਿੰਨਤਾਂ ਕਰਦੇ ਹੁੰਦੇ ਸੀ ਵੀ ਸਾਡੀ ਗ੍ਰਿਫਤਾਰੀ ਪਾ ਦਿਓ ਯਾਰ, ਕਿਸੇ 751 ਚ ਪਾ ਕੇ ਸਾਨੂੰ ਭੇਜ ਦਿਓ ਕਿ ਘੱਟੋ ਘੱਟ ਜੇਲ੍ਹਾਂ 'ਚ ਸੁਰੱਖਿਅਤ ਜੀ, ਜੀ। ਰਵਾਂਗੇ। ਇਸ ਵਾਸਤੇ ਪਰਚੇ ਪੁਰਚੇ ਨਾਲ ਵਾਸਤੇ ਕੋਈ ਮੈਟਰ ਨਹੀਂ ਕਰਦੇ ਹੁੰਦੇ। ਲੇਕਿਨ ਇਸ ਸੰਕਟ ਦੇ ਦੌਰ ਦੇ ਵਿੱਚ ਜਿਹੜੀ ਇਹ ਪਰਚਿਆਂ ਵਾਲੀ ਰਾਜਨੀਤੀ ਹੈ ਇਹ ਠੀਕ ਨਹੀਂ, ਜੀ। ਕਿਉਂਕਿ ਮੁਲਕ ਜਿੱਤ ਤਾਂ ਕਰੋਨਾ ਦੇ ਨਾਲ। ਉਧਰ ਆਪਣੇ ਚੰਨੀ ਸਾਹਿਬ ਨੇ ਇੱਕ ਪੱਤਰਕਾਰ ਤੇ ਪਰਚਾ ਦਰਜ ਕਰਵਾਤਾ ਵੀ ਮੇਰੇ ਤੇ ਤੂੰ ਭਾਈ ਉਹ ਪਹਿਲਾਂ ਮੈਂ ਕਿ ਪਾਰਕ ਵਿੱਚ ਗੇਟ ਕੱਢਿਆ ਸੀ, ਫਿਰ ਹਾਥੀ ਦੀ ਸਵਾਰੀ ਕੀਤੀ, ਹੁਣ ਕਹਿੰਦੇ ਨੰਗੇ ਪੈਰੀਂ ਜੇ ਮੈਂ ਕਾਰ 'ਚ ਬਹਿਣਾ ਤੁਸੀਂ ਮੇਰੀ ਖਬਰ ਕਿਉਂ ਲਾਉਣੀ ਆ। ਆਹੋ, ਜੈ ਸਿੰਘ ਸ਼ਿਬਰ ਦੇ ਖਿਲਾਫ FIR ਦਰਜ ਕੀਤੀ ਹੈ, ਔਰ ਉੱਥੇ ਜਿਹੜੀ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਹੈ ਜੀ, ਉਹਨਾਂ ਨੇ ਇਹਦਾ ਨੋਟਿਸ ਵੀ ਲਿਆ। ਮੇਰਾ ਖਿਆਲ ਹੈ ਸ਼ਾਇਦ ਅੱਜ ਉਹਨਾਂ ਨੇ ਕੋਈ ਪ੍ਰੋਟੈਸਟ ਵਗੈਰਾ ਵੀ ਕੀਤਾ, ਮੀਟਿੰਗ ਵੀ ਕੀਤੀ ਹੈ ਤੇ ਪਤਾ ਚੱਲਿਆ ਕਿ ਚੰਨੀ ਕਹਿੰਦਾ ਮੈਂ ਕੇਸ ਵਾਪਸ ਲੈ ਲੂੰਗਾ। ਉਹ ਅਸਲ ਦੇ ਵਿੱਚ ਤਾਂ ਚਾਹੀਦਾ ਹੈ, ਕਿਉਂਕਿ ਉੱਥੇ ਚਮਕੌਰ ਸਾਹਿਬ ਜ਼ਿਲ੍ਹੇ ਕਿਹੜੇ ਚ ਆਉਂਦਾ ਹੈ? ਚਮਕੌਰ ਸਾਹਿਬ ਮੇਰੇ ਖਿਆਲ ਰੋਪੜ 'ਚ ਹੈ ਜੀ। ਰੋਪੜ ਚ ਆਉਂਦਾ। ਫਿਰ ਉੱਥੇ ਹੁਣ ਜਿਹੜੇ ਅਫਸਰ ਲਾਏ ਵੀ ਕਪਤਾਨ ਸਾਹਿਬ ਨੇ, ਉਹ ਲਾਏ ਤਾਂ ਬਾਦਲਾਂ ਦੇ। ਹਾਂਜੀ। ਉਹ ਪਰਚੇ ਦੇਣਗੇ ਨਾ ਪੱਤਰਕਾਰਾਂ ਤੇ, ਕਿਉਂਕਿ ਪੱਤਰਕਾਰਾਂ ਨੇ ਅਸਲ ਦੇ ਵਿੱਚ ਫਿਰ ਹਵਾ ਬਣਾਉਣੀ ਹੈ। ਹਵਾ ਬਣਾਉਣੀ ਹੈ। ਉਹ ਆਪਦੀ ਮਤਲਬ ਜਿਹੜੀ ਹੈਗੀ ਹੈ ਭਗਤੀ ਆਪਦੇ ਮਾਲਕਾਂ ਨਾਲ ਨਿਭਾਈ ਜਾਂਦੀ ਹੈ। ਇਹਨਾਂ ਨੂੰ ਸੋਚਣਾ ਚਾਹੀਦਾ ਹੈ ਜੀ। ਤੇ ਢਿੱਲੋਂ ਸਾਹਿਬ ਫਿਰ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਦੋ ਤੁਹਾਨੂੰ ਪਤਾ ਵੀ ਕਾਂਗਰਸ ਦੇ ਇੱਕ ਪਰਿਵਾਰ ਬੜਾ ਉੱਧਰ ਗਿਆ BJP 'ਚ, ਉਹਨਾਂ ਦੇ ਉੱਤੇ ਕਿੰਤੂ ਪ੍ਰੰਤੂ ਕੀਤਾ ਪ੍ਰੇਮ ਚੰਦ ਗੰਗੂ ਨੇ, ਗੁੱਡੂ ਨੇ। ਤੇ ਜਦੋਂ ਕਿੰਤੂ ਪ੍ਰੰਤੂ ਕੀਤਾ ਤੇ BJP ਕਹਿੰਦੀ ਹਮਨੇ ਆਪਕੋ ਨਿਕਾਲ ਦਿਆ। ਜਿਹੜਾ ਪ੍ਰੇਮ ਚੰਦ ਗੁੱਡੂ ਹੈ ਨਾ ਜੀ, ਇਹ ਜ਼ਮੀਨ ਨਾਲ ਜੁੜਿਆ ਹੋਇਆ ਇੱਕ ਆਗੂ ਹੈ। ਅੱਛਾ ਜੀ। ਬਹੁਤ ਲੰਬਾ ਸਮਾਂ ਨੇ ਕਾਂਗਰਸ ਪਾਰਟੀ 'ਚ ਕੰਮ ਕੀਤਾ ਹੈ। ਔਰ ਸ਼ੁਰੂ ਤੋਂ ਹੀ ਇਹਦੀ ਸਿੰਧੀਆ ਪਰਿਵਾਰ ਦੇ ਨਾਲ ਬਣੀ ਨਹੀਂ ਸੀ। ਅੱਛਾ ਜੀ। ਜਿਵੇਂ ਤੁਹਾਨੂੰ ਇੱਥੇ ਵੀ ਬਹੁਤ ਸਾਰੇ ਕਾਂਗਰਸੀ ਮਿਲ ਜਾਣਗੇ ਜਿਹੜੇ ਕਾਂਗਰਸੀ ਹੈ, ਉਹ ਦਰੀਆਂ ਝਾੜਨ ਵਾਲੇ, ਤੱਪੜ ਝਾੜਨ ਵਾਲੇ, ਦਰੀਆਂ ਵਿਛਾਉਣ ਵਾਲੇ। ਲੇਕਿਨ ਉਹਨਾਂ ਦੀ ਜਿਹੜੀ ਬਾਹਰੋਂ ਦੂਜੀਆਂ ਪਾਰਟੀਆਂ 'ਚੋਂ ਲੀਡਰ ਆਏ ਹੁੰਦੇ, ਉਹਨਾਂ ਨਾਲ ਕਦੇ ਬਣ ਨਹੀਂ ਸਕਦੀ। ਉਹ ਉਹਨਾਂ ਨੂੰ ਆਈ ਸਮਝਦੇ ਵੀ ਹੁਣ ਸਿੰਧੀਆ, ਚਲੋ ਬਹੁਤ ਸਿੰਧੀਆ ਦਾ ਬਾਪ ਵੀ ਕਾਂਗਰਸ ਪਾਰਟੀ ਸੀ, ਰਾਜੀਵ ਗਾਂਧੀ ਦਾ ਦੋਸਤ ਸੀ, ਇਹ ਜੋਤਿਰਾਦਿੱਤਿਆ ਸਿੰਧੀਆ ਵੀ ਦੋਸਤੀ ਪਾਲਦਾ ਸੀ ਜੀ ਰਾਹੁਲ ਦੇ ਨਾਲ, ਪਰਿਵਾਰਕ ਤੌਰ ਤੇ ਬਹੁਤ ਨੇੜਤਾ ਸੀ ਜੀ। ਲੇਕਿਨ ਅਖੀਰ ਦੇ ਵਿੱਚ ਇਹ ਛੱਡ ਕੇ BJP ਨੂੰ ਚਲਾ ਗਿਆ। ਜੇ ਆਪਾਂ ਬਾਕੀ ਦੇਖੀਏ, ਇਹਦੀ ਮਾਤਾ ਵਿਜੇ ਰਾਜਾ ਸਿੰਧੀਆ ਜੀ, ਉਹ ਵੀ ਭਾਰਤੀ ਜਨਤਾ ਪਾਰਟੀ 'ਚ ਹੁੰਦੀ ਸੀ, ਜਨਸੰਘ 'ਚ ਹੁੰਦੀ ਸੀ, ਪਹਿਲਾਂ ਫਾਊਂਡਰਾਂ ਦੇ ਵਿੱਚ ਸੀ ਉਹ। ਬਾਅਦ ਦੇ ਵਿੱਚ ਇਹਦੀਆਂ ਦੋ ਭੂਆ ਜਿਹੜੀਆਂ, ਇੱਕ ਭੂਆ ਤਾਂ ਇੱਥੇ ਦੀ ਜੀ ਵਸੁੰਧਰਾ ਰਾਜੇ ਤਾਂ ਰਾਜਸਥਾਨ ਦੀ ਮੁੱਖ ਮੰਤਰੀ ਰਹੀ ਹੈ, ਇੱਕ ਹੋਰ ਭੂਆ ਹੈ ਜਿਹੜੀ ਉਹਦੇ ਖਿਲਾਫ ਚੋਣ ਵੀ ਲੜਦੀ ਰਹੀ ਹੈ ਜੀ। ਉਹ ਸਾਰੇ ਦੇ ਸਾਰੇ BJP ਦੇ ਵਿੱਚ ਹੈ। ਕਿਉਂਕਿ ਜਿਨ੍ਹਾਂ ਲੋਕਾਂ ਨੂੰ ਰਾਜ ਭਾਗ ਦੀ ਹੋਵੇ ਵੀ ਸਾਨੂੰ ਰਾਜ ਭਾਗ ਮਿਲਣਾ ਚਾਹੀਦਾ ਜਾਂ ਰਾਜ ਭਾਗ ਦਿਓ, ਨਹੀਂ ਤਾਂ ਫਿਰ ਅਸੀਂ ਚੱਲੇ ਹਾਂ ਜੀ, ਉਹ ਰਾਜ ਭਾਗ ਮਿਲਣ ਵਾਲੀ ਉੱਥੇ ਗੱਲ ਬਣੀ ਨਹੀਂ। ਰਾਹੁਲ ਭਾਵੇਂ ਚਾਹੁੰਦਾ ਸੀ ਕਿ ਇਹਨੂੰ ਕੁਛ ਨਾ ਕੁਛ ਦੇ ਦਈਏ, ਲੇਕਿਨ ਜਿਹੜੇ ਉੱਥੋਂ ਦੀ ਜ਼ਮੀਨੀ ਹਕੀਕਤ ਆ ਕੁਛ ਹੋਰ ਸੀ ਜੀ। ਉੱਥੇ ਦਿਗਵਿਜੇ ਸਿੰਘ ਤੇ ਕਮਲਨਾਥ ਦੀ ਜਿਹੜੀ ਜੋੜੀ ਸੀ, ਉਸ ਜੋੜੀ ਨੇ ਇਹਦੇ ਪੈਰ ਨਹੀਂ ਲੱਗਣ ਤੇ। ਪਹਿਲਾਂ ਤਾਂ ਇਹ ਸੀ ਵੀ ਚਲੋ ਮੈਨੂੰ ਮੁੱਖ ਮੰਤਰੀ ਬਣਾ ਦਿਓ, ਮੁੱਖ ਮੰਤਰੀ ਵਾਲੀ ਗੱਲ ਰਹਿ ਗਿਆ। ਉਹ ਤੋਂ ਪਹਿਲਾਂ ਲੋਕ ਸਭਾ ਦੀ ਚੋਣ ਹਾਰ ਗਿਆ। ਅੱਛਾ ਜੀ। ਲੋਕ ਸਭਾ ਦੀ ਚੋਣ ਹਾਰ ਗਿਆ, ਵਿਧਾਨ ਸਭਾ 'ਚ ਗੱਲ ਨਾ ਬਣੀ, ਟਿਕਟ ਨਾ ਮਿਲੀ। ਮੁੱਖ ਮੰਤਰੀ ਬਣਨਾ ਚਾਹੁੰਦਾ ਸੀ, ਨਾ ਬਣਿਆ, ਚਲੋ ਸਮਝੌਤਾ ਜਿਹਾ ਕਰਵਾਤਾ ਰਾਹੁਲ ਗਾਂਧੀ ਨੇ, ਜਾਓ ਜੀ ਠੀਕ ਆ ਕੋਈ ਨਹੀਂ। ਫਿਰ ਉਹਨੂੰ ਇਹ ਸੀ ਕਿ ਮੈਨੂੰ ਸਟੇਟ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾ ਦਿਓ ਜੀ। ਹੁਣ ਸਟੇਟ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਦਿਗਵਿਜੇ ਸਿੰਘ ਹੋਰਾਂ ਨੇ ਕਿੱਥੇ ਬਣ ਦੇਣਾ ਸੀ, ਉਹ ਨਹੀਂ ਬਣਿਆ। ਤੇ ਬਾਅਦ ਦੇ ਵਿੱਚ ਕੀ ਹੋਇਆ, ਉਹਨੇ ਫਿਰ ਇੱਕ ਖੇਡ ਖੇਡੀ ਜੀ ਤੇ 22 ਬੰਦਿਆਂ ਨੂੰ ਨਾਲ ਲੈ ਕੇ ਉਹਨਾਂ ਤੋਂ ਦਵਾ ਕੇ ਰਿਜ਼ਾਈਨ ਤੇ ਚਲਾ ਗਿਆ ਸੀ BJP 'ਚ। ਅੱਛਾ ਜੀ। BJP ਨਾਲ ਹੋਈ ਸੀ ਇੱਕ ਸੌਦੇਬਾਜ਼ੀ। ਅੱਛਾ ਜੀ। ਕਿ ਤੇਰੇ ਬੰਦਿਆਂ ਨੂੰ ਦੇਵਾਂਗੇ ਟਿਕਟਾਂ, ਸਾਰਿਆਂ ਨੂੰ ਬਣਾ ਦਿਆਂਗੇ ਵਜ਼ੀਰ, ਜਿਹੜੇ ਰਹੇ ਆ ਪਹਿਲਾਂ ਵੀ ਜੀ, ਮਾੜਾ ਮੋਟਾ ਵੱਧ ਵੀ ਕਰ ਦਿਆਂਗੇ, ਤੇ ਤੈਨੂੰ ਕੇਂਦਰ 'ਚ ਵਜ਼ੀਰ ਬਣਾ ਦਿਆਂਗੇ। ਇਹ ਜਿਹੜਾ ਪ੍ਰੇਮ ਚੰਦ ਗੁੱਡੂ ਹੈ ਜੀ, ਪ੍ਰੇਮ ਚੰਦ ਗੁੱਡੂ ਸਿੰਧੀਆ ਦੇ ਵਿਰੋਧ ਦੇ ਵਿੱਚ ਹੀ ਛੱਡ ਕੇ ਕਾਂਗਰਸ ਪਾਰਟੀ ਨੂੰ ਚਲਾ ਗਿਆ ਸੀ BJP 'ਚ ਜੀ। ਔਰ ਇਸ ਬੰਦੇ ਨੂੰ BJP ਨੇ ਪਾਰਲੀਮੈਂਟ ਦੀ ਟਿਕਟ ਦਿੱਤੀ ਸੀ ਤੇ ਇਹ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਸੀ। ਅੱਛਾ ਜੀ। ਸਿੰਧੀਆ ਦੇ ਵਿਰੋਧ ਦੇ ਵਿੱਚ। ਠੀਕ ਹੈ ਜੀ। ਜਦੋਂ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਸੀ, ਹੁਣ ਇਹ ਸਾਬਕਾ ਹੋ ਗਿਆ। ਜਦੋਂ ਸਿੰਧੀਆ ਦਾ ਪਤਾ ਲੱਗਾ ਵੀ ਉਹ BJP ਚਾਹੁੰਦੀ ਹੈ, ਦੁਸ਼ਮਣੀ ਤਾਂ ਬਰਕਰਾਰ ਹੈ ਹਾਂਜੀ, ਇਹਨੇ ਉਦੋਂ ਹੀ ਆਪਣਾ ਪਾਸਾ ਵੱਟ ਲਿਆ ਜੀ। ਹੁਣ ਇਹ ਰੋਜ਼ ਬਿਆਨਬਾਜ਼ੀ ਦੇ ਦਿੰਦਾ ਹੈ। ਇੱਕ ਤਾਂ ਸੀਤਾਰਾਮ ਸਿਲਾਵਟ ਹੈ ਜੀ, ਸਿੰਧੀਆ ਦਾ ਖਾਸ ਬੰਦਾ ਸੀ, ਪਹਿਲਾਂ ਵੀ ਮੰਤਰੀ ਸੀ
ਕਮਲਨਾਥ ਦੀ ਸਰਕਾਰ ਚੁਣਵੀ ਹੈ, ਉਹਦੇ ਖਿਲਾਫ ਵੀ ਤੇ ਸਿੰਧੀਆ ਦੇ ਖਿਲਾਫ ਵੀ। ਜਦੋਂ ਬਿਆਨਬਾਜ਼ੀ ਦਿੰਦਾ ਹੈ ਉਹਦੇ ਤੇ ਔਖੇ ਹੁੰਦੇ ਉਹ। ਉਹਨਾਂ ਨੇ ਬੀਜੇਪੀ ਵਾਲਿਆਂ ਨੂੰ ਕਿਹਾ ਵੀ ਇਸ ਬਿਆਨਬਾਜ਼ੀ ਦਿੰਦਾ ਨੂੰ ਰੋਕੋ। ਉਧਰਲੇ ਪਾਸੇ ਕਮਲਨਾਥ ਵੀ ਜ਼ਖਮੀ ਸ਼ੇਰ ਹੈ। ਕਮਲਨਾਥ ਨੇ ਇਹ ਗੱਲ ਕਰ ਲਈ ਕਿ ਜਿਨ੍ਹਾਂ ਨੇ ਮੇਰੀ ਬੇੜੀਆਂ ਵਿੱਚ ਬੱਟੇ ਪਾਏ ਹੈ ਆਪਾਂ ਵੀ ਪਾਈਏ। ਉਹਨੇ ਇਸ ਗੱਲ ਦੇ ਉੱਤੇ ਲੱਗਿਆ ਵੀ ਜਿਹੜਾ ਸਿਲਾਵਟ ਹੈ ਜੀ, ਇਹ ਬੰਦਾ ਵਿਧਾਨ ਸਭਾ ਦਾ ਮੈਂਬਰ ਨਾ ਬਣ ਜੇ। ਅੱਛਾ ਜੀ, ਇਹ ਸੀਟ ਰਿਜ਼ਰਵ ਹੈ ਤੇ ਇਹ ਪ੍ਰੇਮਚੰਦ ਗੁੱਡੂ ਵੀ ਰਿਜ਼ਰਵ ਚ ਆਉਂਦਾ ਹੈ ਜੀ, ਉਹ ਵੀ ਰਿਜ਼ਰਵ ਚ। ਜਿੰਨਾ ਉਹ ਪਾਵਰਫੁਲ ਹੈ ਉਹਨਾਂ ਇਹ ਪਾਵਰਫੁਲ ਹੈ। ਇਹਦੀ ਸਗੋਂ ਕਮਾਂਡ ਜਿਹੜੀ ਹੈ ਥੱਲੇ ਵੀਕਰ ਸੈਕਸ਼ਨ ਦੇ ਉੱਤੇ ਜ਼ਿਆਦਾ ਹੈ। ਪਿਛਲੇ ਦਿਨਾਂ ਤੁਸੀਂ ਦੇਖਿਆ ਹੋਣਾ ਵੀ ਸਿਲਾਵਟ ਨੇ ਜੀ ਕੁਝ ਆਪਦੇ ਗਰੁੱਪ ਦੇ ਬੰਦੇ ਲਿਜਾ ਕੇ ਬੀਜੇਪੀ ਦੇ ਹੈੱਡਕੁਆਟਰ ਦੇ ਵਿੱਚੋਂ ਜੁਆਇਨ ਕਰਾਤੇ ਸੀ। ਆ ਲਓ ਜੀ, ਇੰਨੇ ਬੰਦੇ ਛੱਡ ਕੇ ਕਾਂਗਰਸ ਤੇ ਆ ਗਏ। ਇਹਨੇ ਜਵਾਬ ਬਿਆਨ ਦਿੱਤਾ, ਇਹ ਤਾਂ ਕਹਿੰਦੇ ਇਹਦੇ ਆਪਦੇ ਬੰਦੇ ਸੀ, ਇਹ ਤਾਂ ਜਿਹੜੇ ਹੈਗੇ ਫਸਲੀ ਵਟੇਰੇ ਸੀ ਜੀ। ਅਸਲੀ ਕਾਂਗਰਸ ਵਾਲਿਆਂ ਨੂੰ ਤਾਂ ਨੇੜੇ ਨਹੀਂ ਆਉਣ ਦਿੱਤਾ, ਉਹ ਬਾਹਰਲੇ ਵਟੇਰੇ ਸੀ, ਉਹ ਉੱਡ ਗਏ, ਸਾਨੂੰ ਕੋਈ ਨਾਲ ਫਰਕ ਨਹੀਂ ਪੈਂਦਾ ਜੀ। ਇਹਨੇ ਜੋ ਕਹਿਤਾ ਤੇ ਉਹਨਾਂ ਨੇ ਜੀ ਹੁਣ ਉਹਨੂੰ ਨੋਟਿਸ ਦਿੱਤਾ ਵੀ ਤੈਨੂੰ ਪਾਰਟੀ ਚੋਂ ਕਿਉਂ ਨਾ ਕੱਢ ਦਿੱਤਾ ਜਾਵੇ ਜੀ। ਨੋਟਿਸ ਉਹ ਕਹਿੰਦਾ ਮੈਨੂੰ ਹਾਲੇ ਮਿਲਿਆ ਨਹੀਂ, ਪਰ ਉਹ ਕਹਿੰਦਾ ਵੀ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਕਿ ਮੈਨੂੰ ਨੋਟਿਸ ਦਿੱਤਾ ਤੇ ਮੈਂ ਆਪ ਹੀ ਜਵਾਬ ਦੇ ਦੇਣਾ। ਉਹਦਾ ਤੁਸੀਂ ਤਾਂ ਮੈਨੂੰ ਕਹਿੰਦੇ ਹੋ ਭਾਈ ਕੱਢੋਗੇ, ਮੈਂ ਤਾਂ ਤੁਹਾਡੀ ਪਾਰਟੀ 9 ਫਰਵਰੀ ਨੂੰ ਛੱਡਤੀ ਸੀ ਜੀ, ਪਹਿਲਾਂ ਹੀ ਛੱਡਤੀ ਸੀ। ਹਾਂ, ਜਿੱਦੇ ਕਹਿੰਦਾ ਵੀ ਦਿਗਵਿਜੇ ਸਿੰਘ ਨਾ ਦਿਗਵਿਜੇ ਸਿੰਘ ਨੇ ਆਪਣਾ ਕੀ ਹੈ ਸ਼ਿਵਰਾਜ ਸਿੰਘ ਚੌਹਾਨ ਨੇ ਸਹੁੰ ਚੁੱਕੀ ਹੈ ਜੀ, ਤੇ ਤੁਹਾਡੀ ਮਦਦ ਕੀਤੀ ਹੈ ਸਿੰਧੀਆ ਨੇ ਤੇ ਸਿਲਾਵਟ ਨੇ। ਉਦੋਂ ਕਹਿੰਦਾ ਮੈਂ ਦੇਖ ਲਿਆ ਸੀ ਵੀ ਇਸ ਪਾਰਟੀ 'ਚ ਕੱਢਣ ਪਾਉਣ ਨੂੰ ਕੀ ਮੈਂ ਛੱਡ ਗਿਆ ਸੀ ਜੀ। ਅਗਲੀ ਗੱਲ ਉਹ ਕਹਿੰਦਾ ਉਹ ਕਹਿੰਦਾ ਵੀ ਜਦੋਂ ਸਾਰਾ ਦੇਸ਼ ਕੋਰੋਨਾ ਦੇ ਹਮਲੇ ਦੇ ਖਿਲਾਫ ਲੜਾਈ ਲੜਨ ਵਾਸਤੇ ਮੁੱਠੀਆਂ 'ਚ ਚੁੱਕੀ ਫਿਰਦਾ ਸੀ ਜੀ, ਪੱਬਾਂ ਭਾਰ ਹੋਇਆ ਫਿਰਦਾ ਸੀ, ਉਦੋਂ ਕਰੋਨਾ ਦੀ ਬਿਮਾਰੀ ਦਾ ਮੁਕਾਬਲਾ ਕਰਨ ਦੇ ਉਲਟ ਭਾਰਤੀ ਜਨਤਾ ਪਾਰਟੀ ਦੇ ਲੀਡਰ ਕਿਸ ਕੰਮ 'ਚ ਲੱਗੇ ਪਏ ਸੀ ਜੀ। ਕਹਿੰਦਾ ਆਪਰੇਸ਼ਨ ਲੋਟਸ। ਹਾਂਜੀ, ਉਹ ਲੋਟਸ ਤਾਂ ਵੈਸੇ ਕਮਲ ਦਾ ਸ਼ਬਦ ਆ, ਪਰ ਜੇ ਇਹਨੂੰ ਪੰਜਾਬੀ ਕਰਨਾ ਵੀ ਤਾਂ ਲੋਟ ਨਹੀਂ ਲਵਾਉਣ ਵਾਲਾ। ਵੀ ਜਿਹੜੀ ਪਹਿਲੀ ਸਰਕਾਰ ਹੈ ਕਮਲਨਾਥ ਦੀ, ਉਹਦੀ ਲੋਟ ਨਹੀਂ ਲਵਾ ਕੇ ਤੇ ਆਪ ਦੀ ਸ਼ਿਵਰਾਜ ਦੀ ਬਣਾ ਲੂ। ਬਿਲਕੁਲ, ਉਹਦਾ ਵੀ ਜਦੋਂ ਤੁਹਾਡੇ ਸਾਹਮਣੇ ਨੈਸ਼ਨਲ ਇੰਟਰਸਟ ਹੀ ਹੈ ਨਹੀਂ ਤੇ ਮੈਂ ਇਹ ਜੀ ਪਾਰਟੀ ਚੋਂ ਕੀ ਲੈਣਾ ਜੀ, ਮੈਂ ਤਾਂ ਛੱਡੀ ਜੀ, ਉਸ ਦਿਨ ਦੀ ਛੱਡੀ। ਅਸਲ ਦੇ ਵਿੱਚ ਗੱਲ ਇਹ ਕਿ ਉਹਦੀ ਕਾਂਗਰਸ ਨਾਲ ਹੋ ਗਈ ਸੌਦੇਬਾਜ਼ੀ। ਕਾਂਗਰਸ ਪਾਰਟੀ ਨੇ ਸਿਲਾਵਟ ਦੇ ਮੁਕਾਬਲੇ ਦੇਣੀ ਉਹਨੂੰ ਟਿਕਟ। ਅੱਛਾ ਜੀ। ਔਰ ਮੇਰਾ ਖਿਆਲ ਹੈ ਵੀ ਜਿਹੜੀਆਂ 22 ਸੀਟਾਂ ਦੇ ਉੱਤੇ ਇਲੈਕਸ਼ਨ ਹੋ ਰਹੇ, ਇਹ ਇਲੈਕਸ਼ਨ ਬੜਾ ਇੰਟਰਸਟਿੰਗ ਹੋਊਗਾ। ਅੱਛਾ ਜੀ। ਇਹ ਸਿਲਾਵਟ ਵਾਸਤੇ ਸੌਖੀ ਨਹੀਂ ਸੀਟ ਕੱਢਣੀ, ਕੱਢ ਭਾਵੇਂ ਲਵੇ ਕਿਉਂਕਿ ਵਜ਼ੀਰ ਵੀ ਬਣਾਤਾ ਉਹਨੂੰ, ਪਰ ਸੌਖੀ ਨਹੀਂ। ਇਹ ਬਹੁਤ ਵੱਡੀ ਪ੍ਰੇਮਚੰਦ ਗੁੱਡੂ ਨੂੰ ਟੱਕਰ ਦੇਊਗਾ। ਤੇ ਢਿੱਲੋਂ ਸਾਹਿਬ, ਪੱਛਮੀ ਬੰਗਾਲ ਦੇ ਵਿੱਚ ਤਬਾਹੀ ਨੇ ਬੜੀਆਂ ਜਾਨਾਂ ਲੈ ਰਹੀਆਂ। ਉਧਰ ਕਰਾਚੀ ਦੇ ਵਿੱਚ ਜਹਾਜ਼ ਡਿੱਗ ਪਿਆ, 100 ਤੋਂ ਵੱਧ ਮੌਤਾਂ ਦੀ ਉੱਥੇ ਗੱਲ ਆ ਰਹੀ ਹੈ। ਬੜਾ ਕੁਦਰਤ ਆਪਣਾ ਪ੍ਰਕੋਪ ਦਿਖਾ ਰਹੀ ਹੈ। ਬਿਲਕੁਲ, ਪੱਛਮੀ ਬੰਗਾਲ ਦੇ ਵਿੱਚ ਜਿਹੜਾ ਹੋਇਆ 283 ਵਰ੍ਹਿਆਂ ਬਾਅਦ ਐਡਾ ਵੱਡਾ ਤੂਫਾਨ ਹੈ। 24 ਪਰਗਨਾ ਦੇ 2 ਜ਼ਿਲ੍ਹੇ ਹੈ ਜੀ, ਉਹ ਦੋਨੇ ਜ਼ਿਲ੍ਹੇ ਪੂਰੀ ਤਰ੍ਹਾਂ ਤਬਾਹ ਹੋ ਗਏ। ਹਵਾਈ ਅੱਡਾ ਜਿਹੜਾ ਕਲਕੱਤੇ ਦਾ, ਉਹਦੇ 'ਚ ਪਾਣੀ ਪੈ ਗਿਆ, ਬਹੁਤ ਨੁਕਸਾਨ ਹੋ ਗਿਆ। ਜਹਾਜ਼ਾਂ ਦਾ ਵੀ ਨੁਕਸਾਨ ਹੋ ਗਿਆ। ਚਲੋ ਹੈਂਗਰਾਂ ਦਾ ਤਾਂ ਹੋਣਾ ਹੀ ਹੁੰਦਾ, ਜਿੱਥੇ ਹੁੰਦੇ ਜਹਾਜ਼ਾਂ ਦਾ ਵੀ ਮੇਰੇ ਖਿਆਲ ਜਹਾਜ਼ ਵੀ ਨਕਾਰਾ ਹੋ ਗਏ ਜੀ। ਔਰ ਇੰਨੀ ਜ਼ਿਆਦਾ ਭਿਆਨਕਤਾ ਹੈ ਕਿ ਇਹਨੂੰ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਦੁਖਾਂਤ ਹੈ ਜਿਹੜਾ ਇਹ ਕਰੋਨਾ ਤੋਂ ਵੀ ਕਿਤੇ ਵੱਧ ਖਤਰਨਾਕ ਜੀ। ਕਰੋਨਾ ਦੀ ਮਾਰ ਕਹਿੰਦੇ ਅਸੀਂ ਚੱਲ ਲਾਂਗੇ ਤੇ ਇਹ ਮਾਰ ਨਹੀਂ ਚੱਲੀ ਜਾਣੀ। ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਮਮਤਾ ਬੈਨਰਜੀ ਨਾਲ ਫੋਨ ਤੇ ਗੱਲ ਕੀਤੀ ਜੀ, ਤੇ ਉਹਨਾਂ ਨੇ ਕਿਹਾ ਸੀਗਾ ਮਮਤਾ ਬੈਨਰਜੀ ਨੂੰ ਵੀ PM ਸਾਹਿਬ ਆਪ ਹੀ ਆ ਜਾਓ, ਤੁਸੀਂ ਆਪਦੀਆਂ ਅੱਖਾਂ ਨਾਲ ਹੀ ਆ ਕੇ ਦੇਖ ਲਓ ਹਾਂਜੀ ਵੀ ਇੱਥੇ ਕੀ ਹੈ। ਖੈਰ PM ਸਾਹਿਬ ਚਲੇ ਗਏ ਅੱਜ, ਉਹਨਾਂ ਨੇ ਜਾ ਕੇ ਉੱਥੇ ਹਵਾਈ ਸਰਵੇਖਣ ਕੀਤਾ, ਨਾਲ ਮਮਤਾ ਬੈਨਰਜੀ ਨੂੰ ਵੀ ਬਿਠਾਇਆ ਸੀ। ਬਾਅਦ ਦੇ ਵਿੱਚ ਕੁਝ ਮੀਟਿੰਗਾਂ ਵੀ ਕੀਤੀਆਂ। ਮੀਟਿੰਗਾਂ ਕਰਨ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਐਡਰੈਸ ਵੀ ਕੀਤਾ ਜੀ, ਵੀਡੀਓ ਕਾਨਫਰੰਸਿੰਗ ਦੇ ਜ਼ਰੀਏ। ਸੋ ਜੋ ਕੁਛ ਹੋਇਆ ਜੀ ਬਹੁਤ ਮਾੜਾ ਹੋਇਆ। ਮੇਰਾ ਖਿਆਲ ਹੈ ਵੀ ਐਡਾ ਵੱਡਾ ਦੁਖਾਂਤ ਆਪਾਂ ਤਾਂ ਆਪਣੀ ਜ਼ਿੰਦਗੀ 'ਚ ਦੇਖਿਆ ਨਹੀਂ। 283 ਪਰਿਵਾਰ ਹੋਮਲੈਸ ਹੋ ਗਏ ਜੀ। ਬਿਲਕੁਲ 700 ਪਿੰਡ ਪਾਣੀ ਦੇ ਥੱਲੇ ਆ ਗਏ, ਦਰਖਤ ਪੱਟੇ ਗਏ ਨੇ ਕੱਲੇ 24 ਪਰਗਣਾ 'ਚ। ਬੰਗਾਲ ਦੀਆਂ ਹੋਰ ਪਤਾ ਨਹੀਂ। ਬਿਲਕੁਲ। ਸੋ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਫਿਰ ਆ ਜਾਂਦੇ ਜੁੜੇ ਰਹੋ ਰੇਡੀਓ ਪੰਜਾਬ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ?
ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਪੀਜੀਆਈ ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814232345। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop, 5196220660 ਜਾਂ quicktrucklube.com। QTL, because we care. ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। Address 2201 South Union Avenue, Bakersfield, California 93307। Union Village। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ।